ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਹੋ ਪ੍ਰਭੂ, ਨਾਨਕ ਦੇ ਕਰ ਹੱਥ। ਤੁਮ ਸਮਰੱਥਾ ਕਾਰਣ ਕਰਣ, ਢਾਕਨ ਢਾਕ ਗੋਬਿੰਦ ਗੁਰ ਮੇਰੇ। ਮੋਹ ਅਪਰਾਧੀ ਸਰਨ ਚਰਨ, ਜੋ ਜੋ ਕੀਨੋ ਸੋ ਤੁਮ ਜਾਣਿਓ। ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨ, ਬੜ ਪ੍ਰਤਾਪ ਸੁਨਿਓ ਪ੍ਰਭ ਤੁਮਰੋ। ਕੋਟ ਅਘਾ ਤੇਰੋ ਨਾਮ ਹਰਣ, ਹਮਰੋ ਸਹਾਉ ਸਦਾ ਸਦ ਭੂਲਨ। ਤੁਮਰੋ ਬਿਰਦ ਪਤਤ ਉਧਰਨ, ਕਰੁਣਾਮੈ ਕਿਰਪਾਲ ਕਿਰਪਾ ਨਿਧ। ਜੀਵਨ ਪਦ ਨਾਨਕ ਹਰ ਦਰਸ਼ਨ, ਕਿਆ ਹਮ ਕਥਹ ਕਿਛ ਕਥ ਨਹੀਂ ਜਾਣਹਿ। ਪ੍ਰਭ ਭਾਵੈ ਤਿਵੈ ਬੋਲਾਨ, ਸਾਧ ਸੰਗਤ ਕੀ ਧੂੜ ਇਕ ਮੰਗਉ। ਜਨ ਨਾਨਕ ਪਇਓ ਸਰਾਨ। ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾ। ਧੂਪ ਦੀਪ ਸੇਵਾ ਗੋਪਾਲ, ਅਨੇਕ ਬਾਰ ਬੰਧਨ ਕਰਤਾਰ। ਪ੍ਰਭ ਕੀ ਸਰਣ ਗਹੀ ਸਭ ਤਿਆਗ, ਗੁਰ ਸੋ ਪ੍ਰਸੰਨ ਭਏ ਕਰ ਭਏ ਵਡ ਭਾਗ। ਧੂਪ ਦੀਪ ਸੇਵਾ ਗੋਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਮਹਾਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਹਜ਼ੂਰੀ ਵਿੱਚ ਗੁਰੂ ਕੇ ਦਰਸ਼ਨ ਦਿਦਾਰੇ ਕਰ ਰਹੇ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ। ਗੁਰੂ ਕੀ ਅਪਾਰ ਮਿਹਰ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਾਚ ਨਾਮ ਕੀ ਅੰਮ੍ਰਿਤ ਵਰਖਾ ਹੋ ਰਹੀ ਹੈ। ਅਰ ਵਡਭਾਗੀ ਰੂਹਾਂ ਤਿਸ ਵਿੱਚ ਸਰਸ਼ਾਰ ਹੋ ਕੇ ਆਪਣੀ ਜੀਵਨ ਦੀਆਂ ਘੜੀਆਂ ਨੂੰ ਸਫਲਿਆਂ ਕਰ ਰਹੀਆਂ ਨੇ। ਹਿੰਦੁਸਤਾਨ ਦੀ ਇਸ ਧਰਤੀ ਤੇ ਸਨਾਤਨ ਕਾਲ ਤੋਂ ਲੈ ਕੇ ਦੇਵੀ ਦੇਵਤਿਆਂ ਦੀ ਪੂਜਾ ਦਾ ਵਿਧਾਨ ਚੱਲਦਾ ਆ ਰਿਹਾ ਹੈ। ਸ਼ਾਸਤਰਾਂ ਦੇ ਮੁਤਾਬਕ ਜਾਂ ਇਉਂ ਕਹੀਏ ਵੇਦਾਂ ਪੁਰਾਣਾਂ ਤੇ ਸਿਮਰਤੀਆਂ ਦੇ ਮੁਤਾਬਕ 9 ਕਰੋੜ ਦੇਵੀਆਂ ਸਮੇਤ ਤਕਰੀਬਨ 33 ਕਰੋੜ ਦੇਵਤੇ ਮੰਨੇ ਹਨ ਔਰ ਆਪੋ ਆਪਣਾ ਕੋਈ ਨਾ ਕੋਈ ਇਸ਼ਟ ਦੇਵ ਮਿੱਥ ਕੇ
ਹਿੰਦੁਸਤਾਨ ਵਾਸੀ ਉਸ ਦੇਵ ਦੀ, ਦੇਵੀ ਦੇਵਤੇ ਦੀ ਪੂਜਾ ਵਿੱਚ ਆਪਣਾ ਸਮਾਂ ਗੁਜ਼ਾਰਦੇ ਸਨ। ਇਹਨਾਂ ਸਾਰੇ 33 ਕਰੋੜ ਦੇਵਤਿਆਂ ਦੇ ਮੁਖੀ, ਸਾਰਿਆਂ ਦੇ ਪ੍ਰਮੁੱਖ ਤ੍ਰੈਮੂਰਤੀ ਨੂੰ ਮੰਨਿਆ ਗਿਆ। ਤ੍ਰੈਮੂਰਤੀ ਤੋਂ ਭਾਵ ਬ੍ਰਹਮਾ, ਵਿਸ਼ਨੂੰ ਔਰ ਸ਼ਿਵ ਜੀ। ਇਹ ਪੁਰਾਣਾਂ ਦਾ ਖਿਆਲ ਹੈ ਕਿ ਸੰਸਾਰ ਦੀ ਉਤਪਤੀ ਬ੍ਰਹਮਾ ਕਰਦਾ ਹੈ, ਵਿਸ਼ਨੂੰ ਦਾ ਕੰਮ ਪਾਲਣ ਪੋਸ਼ਣ ਦਾ ਹੈ, ਤੇ ਸ਼ਿਵ ਜੀ ਸਭ ਦਾ ਸੰਹਾਰ ਕਰਦਾ ਹੈ, ਜੀਵਨ ਦਾ ਨਾਸ ਕਰਦਾ ਹੈ। ਇਉਂ ਇਹਨਾਂ ਸ਼੍ਰੋਮਣੀ 3 ਦੇਵਾਂ ਦੀ ਪੂਜਾ ਦੇ ਵਿੱਚ ਬਹੁਤਾ ਜ਼ੋਰ ਸੰਸਾਰ ਦੇ ਲੋਕਾਂ ਦਾ, ਖਾਸ ਤੌਰ ਤੇ ਹਿੰਦੁਸਤਾਨ ਵਾਸੀਆਂ ਦਾ ਲੱਗਾ। ਇਹਨਾਂ ਦੀਆਂ ਸ਼ਕਲਾਂ ਮਿੱਥ ਕੇ ਫਿਰ ਉਹਨਾਂ ਸ਼ਕਲਾਂ ਮੁਤਾਬਕ ਮੂਰਤੀਆਂ ਘੜੀਆਂ ਗਈਆਂ ਤੇ ਉਹਨਾਂ ਮੂਰਤੀਆਂ ਦੀ ਪੂਜਾ ਦੇ ਵਿਧੀ ਵਿਧਾਨ ਥਾਪ ਦਿੱਤੇ ਗਏ। ਕੋਈ ਥਾਲਾਂ ਦੇ ਵਿੱਚ ਦੀਵੇ ਬਾਲ ਕੇ, ਧੂਪ ਧੁਖਾ ਕੇ, ਵੇਦ ਮੰਤਰਾਂ ਦਾ ਉਚਾਰਨ ਕਰਦਿਆਂ ਹੋਇਆਂ ਆਰਤੀਆਂ ਕਰਨੀਆਂ। ਉਹਨਾਂ ਮੂਰਤੀਆਂ ਨੂੰ ਠਾਕੁਰ ਕਹਿ ਕੇ ਇਸ਼ਨਾਨ ਕਰਵਾ ਕੇ ਫਿਰ ਉਹਨਾਂ ਨੂੰ ਤਿਲਕ ਚੜਾਉਣੇ, ਭੋਗ ਲਵਾਉਣੇ। ਇਹ ਤਰ੍ਹਾਂ ਤਰ੍ਹਾਂ ਦੇ ਕਰਮ ਪ੍ਰਚਲਿਤ ਸਨ। ਸਮਾਂ ਆਇਆ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸੰਸਾਰ ਵਿੱਚ ਪ੍ਰਕਾਸ਼ਮਾਨ ਹੋਏ। ਆਪ ਜੀ ਨੇ ਇਹ ਸਾਕਾਰ ਪੂਜਾ ਦਾ ਵਿਰੋਧ ਕਰਦਿਆਂ ਹੋਇਆਂ, ਖੰਡਨ ਕਰਦਿਆਂ ਹੋਇਆਂ ਕੁੱਲ ਲੋਕਾਈ ਨੂੰ ਨਿਰੰਕਾਰ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਭਾਵੇਂ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਸਮੇਂ-ਸਮੇਂ ਮੁਤਾਬਕ ਥਾਵਾਂ-ਥਾਵਾਂ ਤੇ ਕੁਝ ਐਸੇ ਭਗਤ ਵੀ ਪੈਦਾ ਹੋਏ, ਜਿਨ੍ਹਾਂ ਭਗਤਾਂ ਨੇ ਕੋਈ ਮੂਰਤੀ ਪੂਜਾ, ਕੋਈ ਸਾਕਾਰ ਆਰਾਧਨਾ ਦੀ ਜਗ੍ਹਾ ਨਿਰੰਕਾਰ ਪਰਮਾਤਮਾ ਦੀ ਭਗਤੀ ਕੀਤੀ, ਜਿਨ੍ਹਾਂ ਨੇ ਸੱਚ ਨੂੰ ਪਛਾਣਿਆ, ਸੱਚ ਦੇ ਨਾਲ ਜੁੜੇ। ਭਗਤ ਨਾਮਦੇਵ ਜੀ ਵਰਗੇ, ਭਗਤ ਫਰੀਦ ਜੀ ਵਰਗੇ, ਭਗਤ ਕਬੀਰ ਜੀ ਵਰਗੇ ਭਗਤ, ਔਰ ਉਹਨਾਂ ਨੇ ਹਿੰਦੁਸਤਾਨ ਦੇ ਖਾਸ ਖਿੱਤਿਆਂ ਦੇ ਵਿੱਚ ਇਸ ਨਿਰਾਕਾਰ ਪੂਜਾ ਦਾ ਪ੍ਰਚਾਰ ਵੀ ਕੀਤਾ ਤੇ ਮੂਰਤੀ ਪੂਜਾ ਦਾ ਖੰਡਨ ਵੀ ਕੀਤਾ। ਸਭ ਤੋਂ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੇਵਲ ਹਿੰਦੁਸਤਾਨ ਵਿੱਚ ਹੀ ਨਹੀਂ, ਬਲਕਿ ਹਿੰਦੁਸਤਾਨ ਦੀਆਂ ਸਰਹੱਦਾਂ ਤੋਂ ਬਾਹਰ ਵਿਚਰਦਿਆਂ ਹੋਇਆਂ ਵੀ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਿਆ ਔਰ ਅੰਮ੍ਰਿਤ ਰੂਪ ਪਾਵਨ ਬਾਣੀ ਦਾ ਇਹ ਉਪਦੇਸ਼ ਬਖਸ਼ਿਆ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਭਾਈ। ਹਜ਼ੂਰ ਨੇ ਇਹ ਪਾਵਨ ਉਪਦੇਸ਼ ਸੰਸਾਰ ਨੂੰ ਬਖਸ਼ਿਸ਼ ਕੀਤਾ ਕਿ ਐ ਦੁਨੀਆ ਦੇ ਲੋਕੋ, ਜਿਵੇਂ ਪੱਥਰ ਦੀਆਂ ਮੂਰਤੀਆਂ ਨੂੰ ਠਾਕੁਰ ਕਹਿ ਕੇ ਉਹਨਾਂ ਦੀ ਪੂਜਾ, ਸੇਵਾ, ਉਹਨਾਂ ਦੀ ਆਰਤੀ ਕਰਦਿਆਂ ਹੋਇਆਂ ਕੋਈ ਚੰਦਨ ਅਤੇ ਕੇਸਰ ਇਤਿਆਦਿਕ ਨੂੰ ਘਸਾ ਕੇ ਤੁਸੀਂ ਤਿਲਕ ਲਾਉਂਦੇ ਹੋ, ਪੂਜਾ ਕਰਦੇ ਹੋ, ਇਹਦੀ ਜਗ੍ਹਾ ਤੇ ਅੰਤਰੀਵ ਹੀ ਕੇਸਰ ਤੇ ਅੰਤਰੀਵ ਹੀ ਚੰਦਨ ਹੋਵੇ। ਪਰਮੇਸ਼ਰ ਦਾ ਨਾਮ ਐਸਾ ਚੰਦਨ ਹੈ ਜਿਹੜਾ ਕਿ ਸਾਡੇ ਤਨ ਮਨ ਨੂੰ ਭਾਵ ਭਗਤੀ ਦੀ ਸੁਗੰਧੀ ਦੇ ਨਾਲ ਭਰ ਦੇਣ ਵਾਲਾ ਹੈ। ਇਉਂ ਨਾਮ ਜਪਣਾ ਹੀ ਮਾਨੋ ਉਸ ਪਰਮੇਸ਼ਰ ਜੋ ਸੱਚਾ ਠਾਕੁਰ ਹੈ, ਉਸ ਨੂੰ ਚੰਦਨ ਦਾ ਤਿਲਕ ਲਗਾਉਣਾ ਹੈ। ਜਿਵੇਂ ਚੰਦਨ ਨੂੰ ਰਗੜਦਿਆਂ ਉਹਦੇ ਵਿੱਚ ਕੇਸਰ ਮਿਲਾਇਆ ਜਾਂਦਾ ਹੈ, ਇਵੇਂ ਜੋ ਕੇਸਰ ਹੈ ਉਹ ਸ਼ੁਭ ਕਰਨੀ ਰੂਪ ਹੋਵੇ, ਧਰਮ ਦੀ ਕਰਨੀ, ਨੇਕ ਕਰਨੀ। ਇਉਂ ਨੇਕ ਅਮਲ ਸਾਡੇ ਹੋਣ, ਪਰਮਾਤਮਾ ਦੇ ਨਾਮ ਸਿਮਰਨ ਵਿੱਚ ਮਨ ਜੁੜਿਆ ਹੋਇਆ ਹੋਵੇ,
ਤਾਂ ਇਹ ਤੋਂ ਵੱਡੀ ਉਸ ਸੱਚੇ ਠਾਕੁਰ ਅਕਾਲ ਪੁਰਖ ਵਾਹਿਗੁਰੂ ਦੀ ਹੋਰ ਕੋਈ ਪੂਜਾ ਨਹੀਂ। ਗੁਰੂ ਕੇ ਮੁਬਾਰਕ ਬਚਨ ਹਨ, ਤੇਰਾ ਨਾਮ ਕਰੀ ਚਨ ਨਾਠੀਆ, ਜੇ ਮਨ ਉਰਸਾ ਹੋਏ, ਕਰਣੀ ਕੁੰਗੂ ਜੇ ਰਲੈ, ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ, ਵਿਣ ਨਾਵੈ ਪੂਜ ਨਾ ਹੋਏ। ਇਹੀ ਪੂਜਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ, ਕਿ ਉਸ ਵਾਹਿਗੁਰੂ ਦੇ ਨਾਮ ਵਿੱਚ ਆਪਣੀ ਧਿਆਨ ਬਿਰਤੀ ਨੂੰ ਜੋੜੀਏ। ਜੇ ਨਾਮ ਨਹੀਂ ਜਪਦੇ ਤਾਂ ਨਾਮ ਤੋਂ ਬਿਨਾਂ ਬਾਕੀ ਦੇ ਸਾਰੇ ਸਾਧਨ ਨਿਸਫਲ ਹਨ, ਕਠਨ ਹਨ। ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕਿਆਂ ਨਾਲ ਕੀਤੀ ਜਾਣ ਵਾਲੀ ਪੂਜਾ ਕੋਈ ਮਾਇਨੇ ਹੀ ਨਹੀਂ ਰੱਖਦੀ। ਨਾਮ ਤੋਂ ਬਿਨਾਂ ਹੋਰ ਕੋਈ ਪੂਜਾ ਨਹੀਂ। ਗੁਰਬਾਣੀ ਦੇ ਆਸ਼ੇ ਮੁਤਾਬਕ ਵਿਦਵਾਨ ਜਨਾਂ ਨੇ ਬੜੇ ਸੁੰਦਰ ਬਚਨ ਉਚਾਰਨ ਕੀਤੇ। RAM ਨਾਮ ਕੋ ਅੰਕ ਹੈ, ਸਭ ਸਾਧਨ ਹੈ ਸ਼ੂਨ, ਅੰਕ ਗਏ ਕੁਛ ਹਾਥ ਨਹਿ, ਅੰਕ ਰਹੇ 10 ਗੂਣ। ਜਿਵੇਂ ਅਸੀਂ ਕਾਗਜ਼ ਕਲਮ ਦਵਾਤ ਲੈ ਲਈਏ ਤੇ ਉਸ ਕਾਗਜ਼ ਨੂੰ ਜ਼ੀਰੋ ਲਿਖ ਲਿਖ ਕੇ, ਸਿਫਰਾਂ ਲਿਖ ਲਿਖ ਕੇ ਭਰ ਦਈਏ, ਹਜ਼ਾਰਾਂ ਲੱਖਾਂ ਕਰੋੜਾਂ ਵੀ ਸਿਫਰਾਂ ਕਿਉਂ ਨਾ ਲਿਖ ਦਈਏ, ਉਹਦਾ ਕੋਈ ਮੁੱਲ ਨਹੀਂ ਬਣਦਾ। ਪਰ ਜੇ ਸਿਫਰ ਲਿਖਣ ਤੋਂ ਪਹਿਲਾਂ ਏਕਾ ਲਗਾ ਦਿੱਤਾ ਜਾਵੇ, ਕੋਈ ਅੰਕ ਲਿਖ ਦਿੱਤਾ ਜਾਵੇ, ਤਾਂ ਹਰ ਸਿਫਰ ਦਾ ਮੁੱਲ 10-10 ਗੁਣਾ ਵੱਧਦਾ ਜਾਂਦਾ ਹੈ। ਇੱਕ ਦੇ ਨਾਲ ਇੱਕ ਜ਼ੀਰੋ ਲੱਗੀ 10 ਬਣ ਗਿਆ, ਇੱਕ ਹੋਰ ਲੱਗੀ 100 ਬਣ ਗਿਆ, ਹੋਰ ਜੁੜੀ 10,000 ਬਣ ਗਿਆ। ਇਉਂ ਇੱਕ ਇੱਕ ਸਿਫਰ ਤੋਂ ਮੁੱਲ 10-10 ਗੁਣਾ ਵੱਧਦਾ ਜਾਂਦਾ ਹੈ। ਜੇ ਪਹਿਲਾਂ ਏਕਾ ਕਾਇਮ ਹੈ, ਜੇ ਅੰਕ ਲਿਖਿਆ ਹੋਇਆ ਹੈ ਤਾਂ ਅੰਕ ਗਏ ਕੁਛ ਹਾਥ ਨਹਿ ਹੈ। ਜੇ ਅੰਕ ਨਹੀਂ ਤਾਂ ਹਜ਼ਾਰਾਂ ਲੱਖਾਂ ਸਿਫਰਾਂ ਲਿਖਣ ਤੋਂ ਵੀ ਕੁਝ ਹੱਥ ਨਹੀਂ ਆਉਣਾ, ਕੁਝ ਰਕਮ ਨਹੀਂ ਬਣਨੀ। ਅੰਕ ਰਹੇ 10 ਗੂਣ। ਅੰਕ ਕਾਇਮ ਹੈ ਤਾਂ ਇੱਕ ਇੱਕ ਸਿਫਰ ਦਾ ਮੁੱਲ 10-10 ਗੁਣਾ ਵੱਧਦਾ ਜਾਂਦਾ ਹੈ। ਇਵੇਂ ਨਾਮ ਤੋਂ ਵਿਹੂਣੇ ਜਿੰਨੇ ਵੀ ਕਰਮ ਧਰਮ ਇਤਿਆਦਿਕ ਹਨ, ਜਪ ਤਪ ਸੰਜਮ ਤੀਰਥ ਇਸ਼ਨਾਨ ਪੂਜਾ ਇਤਿਆਦਿਕ, ਨੇਤੀ ਧੋਤੀ ਨਿਉਲੀ ਕਰਮ, ਤੀਰਥਾਂ ਦਾ ਰਟਨ ਕਰਨਾ, ਭਰਮਣ ਕਰਨਾ, ਜਿੰਨੇ ਵੀ ਸਾਧਨ ਨੇ, ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਤਾਂ ਸਾਰੇ ਜ਼ੀਰੋ ਹਨ, ਸਾਰੇ ਸਿਫਰ ਨੇ। ਪਰਮੇਸ਼ਰ ਦਾ ਅੰਕ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਕ ਹੈ, ਏਕਾ ਹੈ। ਜੇ ਨਾਮ ਨਹੀਂ ਤਾਂ ਬਾਕੀ ਸਾਰੇ ਕਰਮਾਂ ਦਾ ਵੀ ਕੋਈ ਫਲ ਨਹੀਂ। ਜੇ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਤਾਂ ਫਿਰ ਜਿਹੜਾ ਕੋਈ ਪੁੰਨ ਦਾਨ ਵੀ ਕਰੀਏ, ਕੋਈ ਨੇਕੀ ਵੀ ਕਰੀਏ, ਨੇਕ ਅਮਲ ਵੀ ਕਰੀਏ, ਉਹ ਵੀ ਵਧੇਕ ਫਲਦਾ ਹੈ। ਉਹਦੇ ਤੋਂ ਵੀ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ। ਇਉਂ ਸਾਰੇ ਫੋਕਟ ਧਰਮ ਕਰਮਾਂ ਤੋਂ ਛੁਡਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਿਆ ਹੈ। ਪ੍ਰਚਲਿਤ ਰੀਤਾਂ ਨੂੰ ਵੰਗਾਰਨਾ ਤੇ ਉਹਨਾਂ ਦਾ ਸਮਾਜ ਵਿੱਚੋਂ ਸਫਾਇਆ ਕਰਨਾ ਸੌਖੀ ਬਾਤ ਨਹੀਂ ਹੁੰਦੀ। ਇਹ ਕਾਰਜ ਜਲਦੀ ਨਹੀਂ ਹੋਇਆ ਕਰਦਾ। ਪੀੜ੍ਹੀ ਦਰ ਪੀੜ੍ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਮਤਿ ਦੀ ਉੱਤਮ ਵਿਚਾਰਧਾਰਾ ਨੂੰ ਪ੍ਰਚਾਰਿਆ, ਔਰ ਸਮੇਂ-ਸਮੇਂ ਕਿਧਰੇ ਪੰਡਤਾਂ ਦੇ, ਕਿਧਰੇ ਹੋਰ ਸ਼ੰਕਾਵਾਦੀਆਂ ਦੇ ਤੇ ਕਿਧਰੇ ਜਗਿਆਸਾ ਬਸ ਗੁਰੂ ਕੇ ਸਿੱਖਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਦਿੰਦਿਆਂ ਹੋਇਆਂ ਅੰਮ੍ਰਿਤ ਰੂਪ ਗੁਰਬਾਣੀ ਵਿੱਚ ਅਨੇਕਾਂ ਹੀ ਸ਼ਬਦ ਉਚਾਰਨ ਕਰਕੇ ਸੱਚ ਦਾ ਮਾਰਗ ਸਤਿਗੁਰਾਂ ਨੇ ਸਾਨੂੰ ਦ੍ਰਿੜ ਕਰਵਾਇਆ ਹੈ, ਭਾਵ ਭਗਤੀ ਦੇ ਰਸਤੇ ਤੇ ਤੋਰਿਆ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨੇ ਅੰਮ੍ਰਿਤਸਰ ਪਵਿੱਤਰ ਸਰੋਵਰ ਦੀ ਰਚਨਾ ਕੀਤੀ। ਮਨੁੱਖਤਾ ਦਾ ਸਾਂਝਾ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਕਾਇਮ ਕੀਤਾ। ਉਸ ਸਮੇਂ ਤੱਕ ਵੀ ਅਜੇ ਹਿੰਦੁਸਤਾਨ ਦੇ ਵਿੱਚ ਇਹ ਖਿਆਲ ਪ੍ਰਚਲਿਤ ਸੀ ਕਿ ਜੋ ਮਨੁ ਸਿਮਰਤੀ ਮੁਤਾਬਕ 4 ਵਰਨ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ, ਇਹਨਾਂ ਵਿੱਚੋਂ ਬ੍ਰਾਹਮਣ ਸਭ ਤੋਂ ਉੱਤਮ ਹੈ। ਬਾਕੀ ਤਿੰਨੇ ਵਰਨਾਂ ਨੂੰ, ਇਹਨਾਂ ਬ੍ਰਾਹਮਣਾਂ ਦੀ ਪੂਜਾ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ, ਆਪਣੇ ਗੁਰੂ ਮੰਨਣਾ ਚਾਹੀਦਾ।
ਭਾਵੇਂ ਕਿ ਭਗਤ ਕਬੀਰ ਜੀ ਨੇ ਵੀ ਬ੍ਰਾਹਮਣ ਦੇ ਗੁਰੂ ਹੋਣ ਦੇ ਇਸ ਸੰਕਲਪ ਨੂੰ ਨਕਾਰਿਆ, ਕਰਮ ਧਰਮ ਤੋਂ ਹੀਣੇ ਬ੍ਰਾਹਮਣ ਦੀ ਸਰਵ ਉੱਚਤਾ ਨੂੰ ਵੰਗਾਰਦਿਆਂ ਹੋਇਆਂ ਇਹ ਬਚਨ ਕਹੇ ਸਨ, ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹਿ, ਅਰਜ ਉਰਜ ਕੈ ਪਚਮੂਆ, ਚਾਰੋ ਬੇਦੋ ਮਾਹਿ। ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਗੁਰਬਾਣੀ ਵਿੱਚ ਇਹ ਸਿਧਾਂਤ ਬਖਸ਼ਿਸ਼ ਕੀਤਾ। ਐ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਣ ਵਾਲਿਆ, ਕੇਵਲ ਬ੍ਰਾਹਮਣ ਜਾਤੀ ਵਿੱਚ ਜਨਮ ਲੈ ਕੇ ਤੂੰ ਬ੍ਰਾਹਮਣ ਨਹੀਂ, ਜੇ ਤੇਰੇ ਕਰਮ ਨੇਕ ਨਹੀਂ, ਜੇ ਤੇਰੀ ਕਰਨੀ ਸ਼ੁਭ ਨਹੀਂ। ਸਤਿਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ ਨੇ ਸਾਡੀ ਨਿਗਾਹ ਵਿੱਚ ਬ੍ਰਾਹਮਣ ਕੌਣ ਹੈ? ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਕਿਸੇ ਵਿਸ਼ੇਸ਼ ਜਾਤੀ ਵਿੱਚ ਜਨਮ ਲੈ ਕੇ ਕੋਈ ਬ੍ਰਾਹਮਣ ਨਹੀਂ, ਬਲਕਿ ਉਹ ਅਸਲੀ ਬ੍ਰਾਹਮਣ ਹੈ, ਸੱਚਾ ਬ੍ਰਾਹਮਣ ਹੈ, ਜੋ ਬ੍ਰਹਮ ਦੀ ਵਿਚਾਰ ਕਰਦਾ ਹੈ, ਜੋ ਬ੍ਰਹਮ ਨੂੰ ਜਾਣਦਾ ਹੈ। ਬ੍ਰਹਮ ਦਾ ਅਰਥ ਹੈ ਸਰਬ ਵਿਆਪਕ, ਤੇ ਸਰਬ ਵਿਆਪਕ ਹੈ ਇੱਕ ਅਕਾਲ ਪੁਰਖ ਵਾਹਿਗੁਰੂ। ਜੋ ਪਰਮਾਤਮਾ ਦੀ ਵਿਚਾਰ ਕਰੇ, ਜੋ ਉਸ ਵਾਹਿਗੁਰੂ ਨੂੰ ਜਾਣ ਲਵੇ, ਉਹ ਅਸਲੀ ਬ੍ਰਾਹਮਣ ਭਾਵ ਬ੍ਰਹਮ ਨੂੰ ਜਾਣਨ ਵਾਲਾ ਬ੍ਰਹਮ ਗਿਆਨੀ ਹੈ। ਨਹੀਂ ਤਾਂ ਇਹ ਵੀ ਬਚਨ ਮਹਾਰਾਜ ਨੇ ਕਹੇ ਕਿ ਜਾਤ ਕਾ ਗਰਬ ਨਾ ਕਰੀਓ ਕੋਈ, ਜਾਤੀ ਦਾ ਹੰਕਾਰ ਨਾ ਕਰੋ। ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ, ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਇਸ ਗਰਬ ਤੇ ਚਲਹਿ ਬਹੁਤ ਵਿਕਾਰਾ। ਸੋ ਇਉਂ ਇਹ ਉੱਤਮ ਵਿਚਾਰਧਾਰਾ ਸੰਸਾਰ ਨੂੰ ਸਤਿਗੁਰੂ ਗਰੀਬ ਨਿਵਾਜ ਜੀ ਨੇ ਬਖਸ਼ੀ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਿਆ ਕਰਦੇ, ਤੇ ਉਸ ਵਕਤ ਆਪਣੀ ਪੂਜਾ ਕਰਵਾਉਣ ਦੀ ਲਾਲਸਾ ਰੱਖਣ ਵਾਲੇ, ਆਪਣੇ ਆਪ ਨੂੰ ਬ੍ਰਾਹਮਣ ਅਖਵਾਉਣ ਵਾਲੇ ਜੋ ਪੰਡਤ ਸਨ, ਤਰ੍ਹਾਂ ਤਰ੍ਹਾਂ ਦੇ ਅਡੰਬਰ ਰਚਾਇਆ ਕਰਦੇ ਸਨ ਕਿ ਗੁਰੂ ਘਰ ਦੀ ਕੇਵਲ ਇੱਕ ਪ੍ਰਮਾਤਮਾ ਨਾਲ ਜੁੜਨ ਦੀ ਜਿਹੜੀ ਰੀਤ ਹੈ, ਉਹ ਸਾਡੀ ਪੂਜਾ ਦੇ ਵਿਧਾਨ ਵਿੱਚ ਵਿਘਨ ਪਾਉਂਦੀ ਆ ਰਹੀ ਹੈ। ਕਿਸੇ ਨਾ ਕਿਸੇ ਤਰੀਕੇ ਆਪਣੀ ਪੂਜਾ ਨੂੰ ਕਾਇਮ ਰੱਖ ਸਕੀਏ। ਕਈ ਪੰਡਤ ਸਤਿਗੁਰਾਂ ਦੀ ਸਰੀਰਕ ਗੈਰ ਹਾਜ਼ਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਵੀ ਮੂਰਤੀਆਂ ਜਾਂ ਠਾਕੁਰ ਰੱਖ ਕੇ ਬੈਠ ਜਾਇਆ ਕਰਦੇ ਸਨ। ਐਸਾ ਹੀ ਸਮਾਂ ਇੱਕ ਦਿਨ ਆਇਆ, ਚੰਦਨ ਦੀ ਚੌਂਕੀ ਰੱਖ ਕੇ ਇੱਕ ਪੰਡਤ ਉਹਦੇ ਉੱਪਰ ਠਾਕੁਰ ਦੀ ਮੂਰਤੀ ਰੱਖ ਕੇ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ, ਪਰ ਧਿਆਨ ਮਾਇਆ ਵਿੱਚ ਹੈ। ਕੌਣ ਆਉਂਦਾ ਹੈ, ਕੌਣ ਮੱਥਾ ਟੇਕਦਾ ਹੈ, ਕੌਣ ਕਿੰਨੀ ਮਾਇਆ ਅਰਪਣ ਕਰਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸ਼ਾਮ ਦਾ ਦੀਵਾਨ ਸਜਾਉਣ ਵਾਸਤੇ ਆਏ, ਸਰੋਵਰ ਦੀ ਪਰਿਕਰਮਾ ਕਰਦੇ ਨੇ, ਤੇ ਆਪਣੇ ਆਪ ਨੂੰ ਵੱਡਾ ਭਗਤ ਦਰਸਾਉਣ ਵਾਸਤੇ ਪੰਡਤ ਹੋਰੀ ਅੱਖਾਂ ਬੰਦ ਕਰਕੇ ਬੈਠੇ, ਪਰ ਟੇਢੀ ਨਿਗਾਹ ਦੇ ਨਾਲ ਚੋਰ ਅੱਖੀਂ ਤੱਕਦੇ ਵੀ ਨੇ ਕਿ ਸਤਿਗੁਰੂ ਅਰਜਨ ਦੇਵ ਜੀ ਕੀ ਕਰਦੇ ਨੇ। ਪੰਡਤ ਦੇ ਅੰਦਰ ਦੀ ਅਵਸਥਾ ਨੂੰ ਜਾਣ ਕੇ ਅੰਤਰਜਾਮੀ ਸਤਿਗੁਰੂ ਮੁਸਕਰਾਉਂਦਿਆਂ ਹੋਇਆਂ ਕੋਲੋਂ ਦੀ ਗੁਜ਼ਰ ਗਏ, ਲੰਘ ਗਏ। ਪੰਡਤ ਜੀ ਦੇ ਮਨ ਵਿੱਚ ਬੜਾ ਰੋਸ ਆਇਆ, ਕ੍ਰੋਧ ਆਇਆ। ਅਸੀਂ ਬ੍ਰਾਹਮਣ ਹਾਂ, ਠਾਕੁਰਾਂ ਦੀ ਮੂਰਤੀ ਸਾਹਮਣੇ ਪਈ ਹੈ, ਘੰਟਾ ਰੱਖਿਆ ਹੋਇਆ, ਧੂਪ ਧੁਖ ਰਹੀ ਹੈ, ਇਹਨਾਂ ਨੇ ਕੋਈ ਬ੍ਰਾਹਮਣ ਜਾਣ ਕੇ ਮੇਰਾ ਸਤਿਕਾਰ ਨਹੀਂ ਕੀਤਾ। ਬੜਾ ਮਨ ਅੰਦਰ ਰੋਸ। ਪਰਿਕਰਮਾ ਪੂਰੀ ਕਰਨ ਉਪਰੰਤ ਪੰਡਤ ਦੇ ਮਨ ਦੀ ਜਾਣਦਿਆਂ ਔਰ ਉਹਨੂੰ ਸੱਚਾ ਮਾਰਗ ਦਰਸਾਉਣ ਵਾਸਤੇ ਸਤਿਗੁਰੂ ਜੀ ਫਿਰ ਦੁਬਾਰਾ ਉਧਰ ਨੂੰ ਆ ਗਏ। ਆ ਕੇ ਸਤਿਗੁਰਾਂ ਨੇ ਕਿਹਾ, ਪੰਡਤ ਜੀ ਕੀ ਕਲਪਨਾ ਹੈ ਮਨ ਅੰਦਰ, ਕੀ ਪਏ ਸੋਚਾਂ ਸੋਚਦੇ ਹੋ? ਪੰਡਤ ਜੀ ਕਹਿਣ ਲੱਗੇ ਕਿ ਮਹਾਰਾਜ ਅਸੀਂ ਬ੍ਰਾਹਮਣ ਹਾਂ, ਤੁਸੀਂ ਖੱਤਰੀ ਵੰਸ਼ ਵਿੱਚੋਂ ਹੋ। ਵੇਦਾਂ ਪੁਰਾਣਾਂ ਦੀ ਚੱਲੀ ਆ ਰਹੀ ਰੀਤ ਮੁਤਾਬਕ ਖੱਤਰੀਆਂ ਦਾ ਧਰਮ ਬਣਦਾ ਹੈ ਬ੍ਰਾਹਮਣ ਦਾ ਸਤਿਕਾਰ ਕਰਨਾ, ਸਿਰ ਨਵਾਉਣਾ, ਮੱਥਾ ਟੇਕਣਾ। ਤੁਸਾਂ ਮੇਰਾ ਕੋਈ ਸਤਿਕਾਰ ਨਹੀਂ ਕੀਤਾ, ਸੀਸ ਨਹੀਂ ਨਵਾਇਆ। ਸਤਿਗੁਰੂ ਜੀ ਕਹਿਣ ਲੱਗੇ, ਪੰਡਤ ਜੀ ਜਿੱਥੇ ਤਾਂ ਸ਼ੁਭ ਕਰਨੀ ਹੈ, ਜਿੱਥੇ ਤਾਂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਦਾ ਹੈ, ਅਸੀਂ ਉਹਨਾਂ ਨਾਮ ਜਪਣ ਵਾਲਿਆਂ ਨੂੰ ਮਨ ਕਰਕੇ ਹਮੇਸ਼ਾ ਹੀ ਨਮਸਕਾਰ ਕਰਦੇ ਹਾਂ। ਬਚਨ ਵੀ ਇਹ ਕਹੇ ਨੇ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ।
ਪਰ ਜਿੱਥੇ ਕੇਵਲ ਦਿਖਾਵਾ ਹੈ, ਜਿੱਥੇ ਕੇਵਲ ਪਾਖੰਡ ਹੈ, ਜਿੱਥੇ ਕੇਵਲ ਤੇ ਕੇਵਲ ਧਨ ਔਰ ਪੂਜਾ ਦੀ ਲਾਲਸਾ ਹੈ, ਜਿੱਥੇ ਮਨ ਦੀ ਇਕਾਗਰਤਾ ਨਹੀਂ ਬਲਕਿ ਮਨ ਦੀ ਭਟਕਣਾ ਹੈ, ਉਥੇ ਕੀ ਸਤਕਾਰ ਕਰੀਏ ਤੇ ਕੀ ਸਿਰ ਨਵਾਈਏ। ਉਸ ਵਕਤ ਪੰਡਤ ਨੂੰ ਉਪਦੇਸ਼ ਦੇਣ ਵਾਸਤੇ ਸਤਿਗੁਰੂ ਮਹਾਰਾਜ ਨੇ ਪਾਵਨ ਬਚਨ ਉਚਾਰਨ ਕੀਤੇ ਸੀ। ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ। ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ। ਐ ਪੰਡਿਤ ਜੀ ਜਰਾ ਗਿਆਨ ਦੀ ਵਿਚਾਰ ਕਰੋ। ਵੇਦ ਦਾ ਅਖਰੀ ਅਰਥ ਹੈ ਗਿਆਨ। ਜਰਾ ਸੱਚੇ ਗਿਆਨ ਦੀ ਵਿਚਾਰ ਕਰੋ ਤੇ ਉਸ ਆਤਮਿਕ ਗਿਆਨ ਦੀ ਵਿਚਾਰ ਕਰਦਿਆਂ ਆਪਣੇ ਮਨ ਦਾ ਕ੍ਰੋਧ ਨਿਵਿਰਤ ਕਰੋ, ਆਪਣਾ ਗੁੱਸਾ ਛੱਡ ਦਿਓ। ਦੇਖੋ ਤੁਹਾਡੀ ਕਰਨੀ ਕੀ ਬਣੀ ਹੈ। ਜੋ ਤੁਸੀਂ ਠਾਕੁਰਾਂ ਦੀ ਪੂਜਾ ਅਰਚਾ ਕਰਨ ਦਾ ਦਾਅਵਾ ਕਰਦੇ ਹੋ, ਮੁਖ ਤੇ ਪੜਤਾ ਟੀਕਾ ਸਹਿਤ, ਵੇਦਾਂ ਸ਼ਾਸਤਰਾਂ ਸਿਮਰਤੀਆਂ ਗੀਤਾ ਇਤਿਆਦਿਕ ਦੇ ਪਾਠ ਨੂੰ ਆਪਣੇ ਮੂੰਹੋਂ ਵਿਆਖਿਆ ਸਮੇਤ ਪੜ੍ਹਦੇ ਹੋ, ਲੋਕਾਂ ਨੂੰ ਵਿਆਖਿਆ ਕਰ ਕਰਕੇ ਸੁਣਾਉਂਦੇ ਹੋ, ਪਰ ਹਿਰਦੈ ਰਾਮ ਨਹੀਂ ਪੂਰਨ ਰਹਿਤ। ਨਾ ਤਾਂ ਉਹ ਰਾਮ ਰਮਿਆ ਸਰਬ ਵਿਆਪਕ ਵਾਹਿਗੁਰੂ ਨਾਮ ਰੂਪ ਹੋ ਕੇ ਤੁਹਾਡੇ ਹਿਰਦੇ ਵਿੱਚ ਵਸਿਆ ਤੇ ਨਾ ਹੀ ਤੁਹਾਡੀ ਰਹਿਣੀ ਪੂਰਨ ਹੈ। ਰਹਿਣੀ ਵੀ ਨੇਕ ਨਹੀਂ ਬਣੀ, ਅਮਲ ਵੀ ਨੇਕ ਨਹੀਂ ਬਣੇ, ਪਰਮਾਤਮਾ ਦਾ ਨਾਮ ਵੀ ਹਿਰਦੇ ਵਿੱਚ ਨਹੀਂ ਵਸਾਇਆ, ਕੇਵਲ ਗਿਆਨ ਨੂੰ ਚੁੰਝ ਚਰਚਾ ਵਾਸਤੇ ਪੜਿਆ। ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ, ਉਪਦੇਸ਼ ਕਰਦੇ ਹੋ ਲੋਕਾਂ ਨੂੰ ਦ੍ਰਿੜ ਕਰਾਉਂਦੇ ਹੋ, ਇਉਂ ਕਰੋ ਇਉਂ ਕਰਨਾ ਚਾਹੀਦਾ, ਪਰ ਆਪਣਾ ਕਹਿਆ ਆਪ ਨਾ ਕਮਾਵੈ। ਪੰਡਤ ਜੀ ਆਪਣਾ ਕਿਹਾ ਕਦੇ ਆਪ ਨਹੀਂ ਕਮਾਇਆ, ਆਪ ਸ਼ੁਭ ਮਾਰਗ ਤੇ ਨਹੀਂ ਚੱਲੇ, ਆਪ ਕਦੇ ਭਗਤੀ ਨਹੀਂ ਕੀਤੀ, ਬੰਦਗੀ ਨਹੀਂ ਕੀਤੀ। ਅੱਗੇ ਬਚਨ ਸਤਿਗੁਰਾਂ ਨੇ ਕਹੇ ਕਿ ਆਗਿਆ ਰਾਖਿਓ ਸਾਲ ਗ੍ਰਾਮ, ਮਨ ਕੀਨੋ ਦਹਿ ਦਿਸ ਬਿਸਰਾਮ। ਸਾਲ ਗ੍ਰਾਮ ਭਾਵ ਪੱਥਰ ਠਾਕੁਰ ਦੀ ਮੂਰਤੀ ਕਹਿ ਕੇ, ਠਾਕੁਰ ਕਹਿ ਕੇ ਆਪਣੇ ਅੱਗੇ ਤੁਸਾਂ ਰੱਖਿਆ ਹੈ। ਧਿਆਨ ਜੋੜਨ ਦਾ ਪਖੰਡ ਪਏ ਰਚਾਉਂਦੇ ਹੋ, ਪਰ ਮਨ ਤਾਂ ਤੁਹਾਡਾ ਉਸ ਪਰਮਾਤਮਾ ਦੇ ਨਾਮ ਵਿੱਚ ਕੀ ਜੁੜਨਾ ਸੀ, ਆ ਸਾਹਮਣੇ ਪਈ ਮੂਰਤੀ ਵਿੱਚ ਵੀ ਨਹੀਂ ਜੁੜਿਆ। ਮਨ ਕੀਨੋ ਦਹਿ ਦਿਸ ਬਿਸਰਾਮ, ਮਨ ਤਾਂ ਦਸਾਂ ਦਿਸ਼ਾ ਵਿੱਚ ਹੀ ਟਿਕਾਣਾ ਬਣਾਈ ਬੈਠਾ ਹੈ, ਭਾਵ ਚਾਰ ਚਫੇਰੇ ਦਸੋ ਦਿਸ਼ਾ ਵਿੱਚ ਭਰਮਦਾ ਭਟਕਦਾ ਫਿਰਦਾ ਹੈ। ਤਿਲਕ ਚੜਾਵੈ ਪਾਈ ਪਾਏ, ਲੋਕ ਪਚਾਰਾ ਅੰਧ ਕਮਾਏ। ਤਿਲਕ ਚੜਾਉਂਦੇ ਹੋ ਠਾਕੁਰਾਂ ਨੂੰ, ਕੇਸਰ ਚੰਦਨ ਦਾ ਤਿਲਕ ਲਾਉਂਦੇ ਹੋ, ਪਾਈ ਪਾਏ ਇਹਨਾਂ ਠਾਕੁਰਾਂ ਦੀਆਂ ਮੂਰਤੀਆਂ ਦੇ ਪੈਰੀ ਪੈਂਦੇ ਹੋ, ਲੋਕਾਂ ਨੂੰ ਆਪਣੇ ਪੈਰੀ ਪਾਉਂਦੇ ਹੋ। ਇਹ ਜੋ ਠਾਕੁਰਾਂ ਦੀ ਪੂਜਾ ਕਰਨੀ, ਇਹਨਾਂ ਨੂੰ ਬੰਦਨਾ ਕਰਨੀਆਂ, ਤਿਲਕ ਇਤਿਆਦਿਕ ਚੜਾਉਣੇ, ਪੂਜਾ ਕਰਨੀ, ਇਹ ਸਾਰਾ ਲੋਕ ਪਚਾਰਾ ਹੈ, ਲੋਕ ਪਤਿਆਵਾ, ਲੋਕ ਦਿਖਾਵਾ। ਇਉਂ ਤੁਸੀਂ ਅੰਧਤਾਈ ਵਾਲੇ ਅਗਿਆਨਤਾ ਵਾਲੇ ਕਰਮ ਕਮਾ ਰਹੇ ਹੋ। ਖਟ ਕਰਮਾ ਅਰ ਆਸਣ ਧੋਤੀ, ਭਾਗਠ ਗ੍ਰਹਿ ਪੜ੍ਹੇ ਨਿਤ ਪੋਥੀ। ਪੰਡਤ ਜੀ 6 ਕਰਮ ਵੀ ਕਰ ਲਏ, ਦਾਨ ਲੈਣਾ ਦੇਣਾ, ਵਿਦਿਆ ਪੜ੍ਹਨੀ ਪੜਾਉਣੀ ਇਤਿਆਦਿਕ, ਪੂਜਾ ਅਰਚਾ ਬੰਦਨਾ ਇਤਿਆਦਿਕ, ਖਟ ਕਰਮ 6 ਕਰਮ ਵੀ ਕਰ ਲਏ, ਆਸਣ ਵੀ ਵਿਛਾ ਲਿਆ, ਧੋਤੀ ਵੀ ਪਹਿਨ ਲਈ, ਧਰਮੀਆਂ ਵਾਲਾ ਭੇਖ ਲਿਬਾਸ ਵੀ ਬਣਾ ਲਿਆ, ਪਰ ਧਰਮ ਗ੍ਰੰਥਾਂ ਨੂੰ ਪੋਥੀਆਂ ਨੂੰ ਪੜ੍ਹਦੇ ਹੋ ਅਮੀਰਾਂ ਦੇ ਘਰੀ ਜਾ ਜਾ ਕੇ, ਤਾਂ ਕਿ ਅਮੀਰਾਂ ਦੇ ਘਰੋਂ ਮਾਇਆ ਬਹੁਤੀ ਮਿਲ ਜਾਵੇ, ਧਨ ਦੌਲਤ ਦੀ ਪ੍ਰਾਪਤੀ ਹੋ ਜਾਵੇ। ਮਾਲਾ ਫੇਰੈ ਮੰਗੈ ਵਿਭੂਤ, ਮਾਲਾ ਫੇਰਦੇ ਹੋ ਲੋਕ ਦਿਖਾਵੇ ਵਾਸਤੇ, ਤੇ ਲੋਕਾਂ ਕੋਲੋਂ ਵਿਭੂਤ ਭਾਵ ਸਮੱਗਰੀ ਮੰਗਦੇ ਹੋ ਕਿ ਅਸੀਂ ਬ੍ਰਾਹਮਣ ਹਾਂ, ਆ ਭੇਟਾ ਦਿਓ, ਆ ਚੀਜ਼ ਸਾਡੇ ਅਰਪਣ ਕਰੋ। ਇਨ ਬਿਦ ਕੋਈ ਨਾ ਤਰਿਓ ਮੀਤ। ਮਿੱਤਰਾ, ਇਹਨਾਂ ਵਿਧੀਆਂ ਨਾਲ ਕਦੇ ਸੰਸਾਰ ਸਾਗਰ ਤੋਂ ਕੋਈ ਨਹੀਂ ਤਰਿਆ। ਇਉਂ ਜਿਹੜੀ ਫੋਕਟ ਪੂਜਾ ਹੈ, ਜਿਹੜੀ ਵਿਅਰਥ ਦੀ ਪੂਜਾ ਹੈ, ਇਸ ਦਾ ਖੰਡਨ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਅੰਤਰ ਆਤਮੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੀ ਪ੍ਰੇਰਣਾ ਦਿੰਦੇ ਨੇ। ਚੱਲ ਰਹੀ ਲੜੀਵਾਰ ਕਥਾ ਦੌਰਾਨ ਜੋ ਅੱਜ ਦਾ ਪਰਮ ਪਵਿੱਤਰ ਸ਼ਬਦ ਹੈ, ਗੌਂਡ ਰਾਗ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 866 ਉੱਪਰ ਸੁਭਾਏਮਾਨ, ਇਸ ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਵਿੱਚ ਵੀ ਸਤਿਗੁਰੂ ਕਿਰਪਾ ਕਰਕੇ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਿੱਖਾਂ ਨੂੰ ਵਾਰ-ਵਾਰ ਪੰਡਤ ਲੋਕ ਤਾਨੇ ਮਾਰਿਆ ਕਰਦੇ ਸਨ ਕਿ ਤੁਹਾਡਾ ਪਾਰ ਉਤਾਰਾ ਕਿਵੇਂ ਹੋਣਾ ਹੈ, ਤੁਸੀਂ ਆਪਣੇ ਆਪ ਨੂੰ ਧਰਮੀ ਕਿਵੇਂ ਅਖਵਾ ਸਕਦੇ ਹੋ, ਨਾ ਤੁਸੀਂ ਠਾਕੁਰਾਂ ਦੀ ਪੂਜਾ ਕਰਦੇ ਹੋ, ਕਦੇ ਧੂਪ ਨਹੀਂ ਦਿਖਾਉਂਦੇ, ਕਦੇ ਕਿਸੇ ਪ੍ਰਕਾਰ ਹੋਰ ਤਰ੍ਹਾਂ ਦੀ ਸੇਵਾ ਨਹੀਂ ਕਰਦੇ,
ਜਦੋਂ ਤੁਸੀਂ ਵੇਦਾਂ ਪੁਰਾਣਾਂ ਦੀਆਂ ਰੀਤਾਂ ਮੁਤਾਬਕ ਚੱਲਦੇ ਹੀ ਨਹੀਂ ਤਾਂ ਤੁਸੀਂ ਕਿਵੇਂ ਧਰਮੀ ਅਖਵਾ ਸਕਦੇ ਹੋ ਤੇ ਪਾਰ ਕਿਵੇਂ ਉਤਰੋਗੇ, ਮੁਕਤੀ ਦੀ ਪ੍ਰਾਪਤੀ ਕਿਵੇਂ ਹੋਵੇਗੀ। ਜਿਹੜੇ ਸਿੱਖ ਤਾਂ ਗਿਆਨਵਾਨ ਸਨ ਉਹ ਤਾਂ ਪੰਡਤਾਂ ਦੇ ਸ਼ੰਕਿਆਂ ਦਾ ਜਵਾਬ ਦੇ ਕੇ ਉਹਨਾਂ ਨੂੰ ਨਿਰਉੱਤਰ ਕਰਦੇ, ਪਰ ਜਿਹੜੇ ਕੋਈ ਨਵੇਂ ਸਿੱਖ ਜਿਨ੍ਹਾਂ ਨੂੰ ਅਜੇ ਪੂਰਨ ਗਿਆਨ ਨਹੀਂ ਉਹ ਇਹ ਸ਼ੰਕਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਲੈ ਕੇ ਆਇਆ ਕਰਦੇ ਸਨ। ਮਹਾਰਾਜ ਵਿਦਵਾਨ ਪੰਡਤ ਲੋਕ ਸਾਨੂੰ ਇਉਂ ਤਰ੍ਹਾਂ ਦੇ ਸਵਾਲ ਕਰਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਸਮਝਾਉਣ ਦੇ ਵਾਸਤੇ ਪਾਵਨ ਗੁਰਬਾਣੀ ਦੇ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਿਆ ਕਰਦੇ। ਐਸੇ ਸ਼ਬਦਾਂ ਵਿੱਚੋਂ ਇਹ ਇੱਕ ਸ਼ਬਦ ਹੈ ਜਿਸ ਦੀ ਅੱਜ ਆਪਾਂ ਸਤਿਗੁਰਾਂ ਦੀ ਕਿਰਪਾ ਨਾਲ ਰਲ ਮਿਲ ਵਿਚਾਰ ਕਰਨੀ ਹੈ। ਆਓ ਪ੍ਰੇਮ ਸਤਿਕਾਰ ਸਹਿਤ ਸਰਵਣ ਕਰ ਲਾਹਾ ਪ੍ਰਾਪਤ ਕਰੀਏ। ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾ। ਗੋਂਡ ਰਾਗ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਪਰ ਉਪਕਾਰੀ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਫਰਮਾਉਂਦੇ ਹਨ। ਧੂਪ ਦੀਪ ਸੇਵਾ ਗੋਪਾਲ। ਹਜ਼ੂਰ ਫਰਮਾਉਂਦੇ ਨੇ ਭਾਈ ਅਸੀਂ ਵੀ ਧੂਪ ਤਖਾਉਂਦੇ ਹਾਂ, ਅਸੀਂ ਵੀ ਦੀਵੇ ਬਾਲਦੇ ਹਾਂ, ਗੋਪਾਲ ਜੋ ਪ੍ਰਥਵੀ ਦਾ ਪਾਲਣਹਾਰ ਹੈ ਉਹਦੀ ਸੇਵਾ ਕਰਦੇ ਹਾਂ। ਸੋ ਇਹੀ ਸਾਡਾ ਭਾਈ ਧੂਪ ਹੈ, ਇਹੀ ਦੀਪ ਹੈ। ਜਿਵੇਂ ਆਰਤੀ ਕਰਨ ਲੱਗਿਆਂ ਆਰਤੀ ਵਿੱਚ ਦੀਵੇ ਬਾਲੇ ਜਾਂਦੇ ਨੇ ਥਾਲ ਵਿੱਚ ਔਰ ਧੂਪ ਦਿਖਾਈ ਜਾਂਦੀ ਹੈ। ਹਜੂਰ ਫਰਮਾਉਂਦੇ ਜੋ ਪਰਮਾਤਮਾ ਦੀ ਸੇਵਾ ਕਰਨੀ ਹੈ, ਜੋ ਵਾਹਿਗੁਰੂ ਦਾ ਨਾਮ ਜਪਣਾ ਹੈ, ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਇਹੀ ਸਾਡੀ ਧੂਪ ਹੈ ਤੇ ਇਹੀ ਸਾਡਾ ਦੀਵਾ ਬਾਲਣਾ ਹੈ। ਜਿਵੇਂ ਧੂਪ ਵਿੱਚੋਂ ਸੁਗੰਧੀ ਆਉਂਦੀ ਹੈ ਨਾ, ਇਵੇਂ ਭਗਤੀ ਰੂਪੀ ਧੂਪ ਹੈ। ਭਾਵ ਭਗਤੀ ਦੀ ਸੁਗੰਧੀ ਸਾਡੇ ਹਿਰਦੇ ਵਿੱਚ ਵਸ ਰਹੀ ਹੈ। ਜਿਵੇਂ ਦੀਵਾ ਬਾਲਣ ਦੇ ਨਾਲ ਚਾਨਣ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਇਵੇਂ ਅਸੀਂ ਆਪਣੇ ਹਿਰਦੇ ਅੰਦਰ ਗੁਰੂ ਕੇ ਬਖਸ਼ਿਸ਼ ਕੀਤੇ ਉੱਤਮ ਗਿਆਨ ਦਾ ਦੀਵਾ ਬਾਲਿਆ ਹੋਇਆ ਹੈ। ਭਗਤੀ ਰੂਪੀ ਧੂਪ, ਆਤਮਿਕ ਗਿਆਨ ਰੂਪੀ ਦੀਵਾ, ਇਹ ਧੂਪ ਦੇ ਦੀਪ ਵਰਤਦਿਆਂ ਹੋਇਆਂ ਅਸੀਂ ਗੋਪਾਲ ਪ੍ਰਥਵੀ ਦੇ ਪਾਲਣਹਾਰ ਅਕਾਲ ਪੁਰਖ ਦੀ ਸੇਵਾ ਕਰਦੇ ਹਾਂ, ਉਸ ਪਰਮੇਸ਼ਰ ਦੀ ਪੂਜਾ ਕਰਦੇ ਹਾਂ, ਵਾਹਿਗੁਰੂ ਦੀ ਅਰਾਧਨਾ ਕਰਦੇ ਹਾਂ। ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ। ਭਗਤ ਸੈਣ ਜੀ ਦਾ ਇਹ ਪਾਵਨ ਮਹਾਵਾਕ, ਇਹ ਪਵਿੱਤਰ ਬਚਨ। ਧੂਪ ਦੀਪ ਕ੍ਰਿਤ ਸਾਜ ਆਰਤੀ, ਭਗਤੀ ਰੂਪੀ ਧੂਪ ਔਰ ਇਸੇ ਤਰ੍ਹਾਂ ਗਿਆਨ ਰੂਪੀ ਦੀਵਾ ਤੇ ਵਾਹਿਗੁਰੂ ਦਾ ਪ੍ਰੇਮ ਰੂਪੀ ਘਿਓ ਆਪਣੇ ਹਿਰਦੇ ਵਿੱਚ ਰੱਖਦਿਆਂ ਹੋਇਆਂ ਅੰਤਰ ਆਤਮੇ ਪਰਮਾਤਮਾ ਦੀ ਆਰਤੀ ਕਰਦੇ ਹਾਂ, ਉਸਤਤ ਕਰਦੇ ਹਾਂ। ਵਾਰਨੇ ਜਾਓ ਕਮਲਾਪਤੀ, ਕਮਲਾ ਤੋਂ ਭਾਵ ਹੈ ਲక్ష్ਮੀ, ਲక్ష్ਮੀ ਤੋਂ ਭਾਵ ਮਾਇਆ, ਮਾਇਆ ਜਨ ਇਹ ਸੰਸਾਰ, ਸਾਰੇ ਸੰਸਾਰ ਦਾ ਮਾਲਕ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਵਾਹਿਗੁਰੂ ਤੋਂ ਵਾਰਨੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਸੋ ਪਰਮੇਸ਼ਰ ਦੀ ਸੇਵਾ ਕਰਨੀ, ਸੰਸਾਰ ਦੇ ਪਾਲਣਹਾਰ ਵਾਹਿਗੁਰੂ ਦਾ ਸਿਮਰਨ ਕਰਨਾ, ਬੰਦਗੀ ਕਰਨੀ, ਇਹੀ ਸਾਡੀ ਧੂਪ ਦਿਖਾਉਣੀ ਹੈ, ਇਹੀ ਦੀਵੇ ਬਾਲਣੇ ਹਨ। ਅਨੇਕ ਬਾਰ ਬੰਧਨ ਕਰਤਾਰ। ਤੇ ਜਿਵੇਂ ਆਰਤੀ ਕਰਦਿਆਂ ਹੋਇਆਂ ਪਾਂਡੇ ਲੋਕ ਉਸ ਮੂਰਤੀ ਦੇ ਅੱਗੇ ਵਾਰ-ਵਾਰ ਨੱਕ ਰਗੜਦੇ ਨੇ, ਅਨੇਕ ਬਾਰ ਬੰਧਨ ਕਰਤਾਰ। ਅਸੀਂ ਕਿਸੇ ਮੂਰਤੀ ਅੱਗੇ ਨੱਕ ਰਗੜਨ ਦੀ ਬਜਾਏ ਅਨੇਕਾਂ ਵਾਰ ਬੰਦਨਾ ਕਰਦੇ ਹਾਂ, ਨਮਸਕਾਰਾਂ ਕਰਦੇ ਹਾਂ ਕਰਤਾਰ ਅੱਗੇ। ਕਰਤਾਰ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਜੋ ਸਭ ਦੀ ਉਤਪਤੀ ਪਾਲਣਾ ਲਇਤਾ ਕਰਨ ਵਾਲਾ ਹੈ, ਜਿਸ ਦੇ ਕਰ ਭਾਵ ਹੱਥ ਵਿੱਚ ਸਾਰਿਆਂ ਦੀ ਰੋਜੀ ਰੋਟੀ ਰੂਪੀ ਤਾਰ ਹੈ, ਚੇਤਨ ਸੱਤਾ ਰੂਪੀ ਤਾਰ ਹੈ, ਉਸ ਪਰਮਾਤਮਾ ਅੱਗੇ ਅਸੀਂ ਮਨ ਬਾਣੀ ਕਰਕੇ ਨਮਸਕਾਰਾਂ ਕਰਦੇ ਹਾਂ, ਵਾਹਿਗੁਰੂ ਅੱਗੇ ਬੰਦਨਾ ਕਰਦੇ ਹਾਂ। ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ, ਜੋ ਪਰਮੇਸ਼ਰ ਸਾਰੀਆਂ ਸ਼ਕਤੀਆਂ ਕਰਕੇ ਸਮਰੱਥਾਵਾਨ ਹੈ, ਉਹਦੇ ਅੱਗੇ ਡੰਡੇਵਤ ਸਿੱਧੇ ਮਨ ਨੂੰ ਕਰਕੇ ਆਪਾਂ ਪ੍ਰਣਾਮ ਕਰਦੇ, ਬੰਦਨਾ ਕਰਦੇ ਹਾਂ, ਨਮਸਕਾਰਾਂ ਕਰਦੇ ਹਾਂ। ਪ੍ਰਭ ਕੀ ਸ਼ਰਣ ਗਹੀ ਸਭ ਤਿਆਗੇ। ਸਾਰੇ ਬਾਕੀ ਖਿਆਲਾਂ ਨੂੰ ਤਿਆਗ ਕੇ, ਸਭ ਫੋਕਟ ਕਰਮ ਧਰਮਾਂ ਨੂੰ ਛੱਡ ਕੇ ਪ੍ਰਭ ਕੀ ਸ਼ਰਣ ਗਹੀ। ਪ੍ਰਭ ਜੋ ਸਰਬ ਕਲਾ ਸਮਰੱਥ ਹੈ, ਜੋ ਰੱਖਿਅਕ ਸਰੂਪ ਹੈ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪਕੜੀ ਹੋਈ ਹੈ। ਬਾਕੀ ਸਾਰੇ ਖਿਆਲ ਛੱਡ ਦਿੱਤੇ ਨੇ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਹੇ ਅਕਾਲ ਪੁਰਖ ਵਾਹਿਗੁਰੂ,
ਤੇਰੇ ਤੋਂ ਬਿਨਾ ਸਾਨੂੰ ਦੂਜੀ ਠਾਹਰ ਕੋਈ ਨਹੀਂ ਸੁਝਦੀ, ਦੂਜਾ ਟਿਕਾਣਾ ਕੋਈ ਨਹੀਂ ਸੁਝਦਾ, ਤੁਧ ਬਿਨ ਦੂਜਾ ਨਾਹੀ ਥਾਉ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇਹੀ ਨਿਸ਼ਟਾ ਸਾਨੂੰ ਬਖਸ਼ਿਸ਼ ਕਰਦੇ ਨੇ, ਜੋ ਰਹਿਰਾਸ ਸਾਹਿਬ ਵਿੱਚ ਗੁਰੂ ਕਾ ਉਚਾਰਨ ਕੀਤਾ ਪਾਵਨ ਸਵਈਆ ਆਪਾਂ ਰੋਜ਼ ਪੜ੍ਹਦੇ ਆ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ। ਹੇ ਮੇਰੇ ਪਰਮ ਪੂਜਨੀਕ ਅਕਾਲ ਪੁਰਖ ਵਾਹਿਗੁਰੂ, ਜਦੋਂ ਤੋਂ ਆਪ ਜੀ ਦੇ ਚਰਨ ਪਕੜ ਲਏ, ਚਰਨ ਕਿਹੜੇ? ਸ਼ਬਦ ਰੂਪੀ ਨਾਮ ਰੂਪੀ ਚਰਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਘਰ ਘਰ ਪ੍ਰਣਾਮ ਚਿਤ ਚਰਨ ਨਾਮ। ਜਦੋਂ ਤੋਂ ਆਪ ਜੀ ਦੇ ਨਾਮ ਰੂਪੀ ਚਰਨਾਂ ਦਾ ਆਸਰਾ ਲੈ ਲਿਆ, ਗੁਰ ਉਪਦੇਸ਼ ਰੂਪੀ ਚਰਨ ਪਕੜ ਲਏ ਨੇ, ਆਪ ਜੀ ਦੇ ਚਰਨਾਂ ਨਾਲ ਜਦੋਂ ਤੋਂ ਜੁੜ ਗਏ ਹਾਂ, ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ। ਉਦੋਂ ਤੋਂ ਲੈ ਕੇ ਹੋਰ ਕਿਸੇ ਨੂੰ ਆਪਾਂ ਅੱਖ ਹੇਠਾਂ, ਆਪਣੀ ਨਿਗਾਹ ਹੇਠਾਂ ਵੀ ਨਹੀਂ ਲਿਆਂਦਾ। ਭਾਵ ਕਿਸੇ ਵੱਲੇ ਨਿਗਾਹ ਨਹੀਂ ਮਾਰੀ, ਕਿਸੇ ਦੀ ਪੂਜਾ ਦਾ ਖਿਆਲ ਆਪਣੇ ਮਨ ਅੰਦਰ ਰੱਖਿਆ ਹੀ ਨਹੀਂ। ਚੌਪਈ ਵਿੱਚ ਗੁਰੂ ਕੇ ਬਚਨ ਹਨ ਨਾ, ਮੈਂ ਨਾਗਨੇ ਸਹਿ ਪ੍ਰਥਮ ਮਨਾਉ, ਕਿਸਨ ਬਿਸਨ ਕਬਹੂ ਨਹਿ ਧਿਆਉ, ਕਾਨ ਸੁਨੇ ਪਹਿਚਾਨ ਨਾ 300, ਲਿਵ ਲਾਗੀ ਮੋਰੀ ਪਾਗ 300। ਦੁਨੀਆ ਦੀ ਇਹ ਰੀਤ ਹੈ ਹਿੰਦੁਸਤਾਨ ਵਾਸੀਆਂ ਦੀ ਕਿ ਸਾਰੇ ਆਪਣੇ ਕੋਈ ਸ਼ੁਭ ਕਰਮ ਕਰਨ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕਰਨੀ, ਗਣਪਤੀ ਨੂੰ ਆਰਾਧਨਾ ਪੂਜਣਾ। ਪਰ ਮਹਾਰਾਜ ਕਹਿੰਦੇ ਮੈਂ ਨਾਗਨੇ ਸਹਿ ਪ੍ਰਥਮ ਮਨਾਉ, ਮੈਂ ਕਾਰਜਾਂ ਦੀ ਆਰੰਭਤਾ ਤੋਂ ਪਹਿਲਾਂ ਗਣੇਸ਼ ਜੀ ਨੂੰ ਨਹੀਂ ਮਨਾਉਂਦਾ, ਮੈਂ ਗਣਪਤੀ ਦੀ ਪੂਜਾ ਨਹੀਂ ਕਰਦਾ। ਕਿਸਨ ਬਿਸਨ ਕਬਹੂ ਨਹਿ ਧਿਆਉ। ਕ੍ਰਿਸ਼ਨ ਅਵਤਾਰ ਤੇ ਉਸ ਕ੍ਰਿਸ਼ਨ ਅਵਤਾਰ ਦੇ ਅਸਲੀ ਸਰੂਪ ਵਿਸ਼ਨੂੰ ਭਗਵਾਨ, ਮੈਂ ਉਹਨਾਂ ਦਾ ਧਿਆਨ ਨਹੀਂ ਧਾਰਨ ਕਰਦਾ। ਮੈਂ ਦੇਵੀ ਦੇਵਤਿਆਂ ਦਾ ਉਪਾਸ਼ਕ ਨਹੀਂ। ਕਾਨ ਸੁਨੇ, ਕੰਨੀ ਸੁਣੇ ਹਨ ਕਿ ਇਹ ਹੋਏ ਹਨ ਵਿਸ਼ਨੂੰ ਇਤਿਆਦਿਕ, ਕ੍ਰਿਸ਼ਨ ਇਤਿਆਦਿਕ, ਸ਼ਿਵ ਜੀ ਇਤਿਆਦਿਕ ਹੋਏ ਨੇ, ਪਹਿਚਾਨ ਨਾ 300, ਪਰ ਮੇਰੀ ਇਹਨਾਂ ਨਾਲ ਕੋਈ ਜਾਣ ਪਛਾਣ ਨਹੀਂ। ਭਾਵ ਕਿ ਮੇਰਾ ਇਹਨਾਂ ਨਾਲ ਕੋਈ ਸਰੋਕਾਰ ਨਹੀਂ। ਲਿਵ ਲਾਗੀ ਮੋਰੀ ਪਾਗ 300, ਭਾਈ ਮੇਰੀ ਲਿਵ ਤਾਂ ਲੱਗੀ ਆ ਇਹੋ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮਾਤਮਾ ਦੇ ਨਾਮ ਰੂਪੀ ਚਰਨਾਂ ਦੇ ਨਾਲ। ਮਹਾਕਾਲ ਰਖਵਾਰ ਹਮਾਰੋ, ਜੋ ਕਾਲ ਦਾ ਵੀ ਮਹਾਕਾਲ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਡਾ ਰਖਵਾਲਾ ਹੈ। ਮੇਰੀ ਲਿਵ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਲੱਗੀ ਹੋਈ ਹੈ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ। ਅੱਖ ਹੇਠਾਂ, ਨਿਗਾਹ ਹੇਠਾਂ ਵੀ ਹੋਰ ਕਿਸੇ ਨੂੰ ਨਹੀਂ ਲਿਆਂਦਾ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਕੋਈ ਰਾਮ ਕਹਿ ਰਿਹਾ ਹੈ, ਕੋਈ ਰਹੀਮ ਕਹਿ ਰਿਹਾ ਹੈ। ਰਾਮ ਤੋਂ ਭਾਵ ਰਮਿਆ ਹੋਇਆ ਸਰਬ ਵਿਆਪਕ, ਰਹੀਮ ਤੋਂ ਭਾਵ ਰਹਿਮਤਾਂ ਕਰਨ ਵਾਲਾ, ਬਖਸ਼ਾਂ ਕਰਨ ਵਾਲਾ। ਕੋਈ ਪ੍ਰਾਨ ਪੜ ਰਿਹਾ ਹੈ, ਕੋਈ ਕੁਰਾਨ ਪੜਦਾ ਹੈ। ਪ੍ਰਾਨ ਅਤੇ ਕੁਰਾਨ ਮੁਤਾਬਕ ਅਨੇਕ ਕਹੈ ਮਤ, ਅਨੇਕ ਪ੍ਰਕਾਰ ਦੇ ਮਤ ਲੋਕ ਕਹਿੰਦੇ ਨੇ, ਅਨੇਕਾਂ ਤਰਿਆਵਾਂ ਦੀਆਂ ਸਿੱਖਿਆ ਕਹਿੰਦੇ ਨੇ, ਅਨੇਕਾਂ ਤਰ੍ਹਾਂ ਦੇ ਮਤ ਮਤਾਂਤਰ ਕਹੇ ਜਾਂਦੇ ਨੇ। ਹਮ ਏਕ ਨਾ ਮਾਨਿਓ, ਅਸੀਂ ਕਿਸੇ ਮਤ ਮਤਾਂਤਰ ਨੂੰ ਨਹੀਂ ਮੰਨਦੇ, ਕਿਸੇ ਦੁਨਿਆਵੀ ਮਤ ਦੇ ਅਸੀਂ ਧਾਰਨੀ ਨਹੀਂ। ਸਿਮਰਤ ਸ਼ਾਸਤਰ ਵੇਦ ਸਭੈ, 27 ਸਿਮਰਤੀਆਂ, 6 ਸ਼ਾਸਤਰ, 4 ਵੇਦ, ਇਹ ਸਾਰੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਸੋ ਇਹ ਜੋ ਤਰ੍ਹਾਂ ਤਰ੍ਹਾਂ ਦੇ ਭੇਦ ਕਹਿੰਦੇ ਨੇ, ਬਚਨ ਕਹਿੰਦੇ ਨੇ, ਆਪਾਂ ਉਹਨਾਂ ਨੂੰ ਜਾਣਦੇ ਨਹੀਂ। ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਬਹੁਤੇ ਭੇਦਾਂ ਨਾਲ, ਬਹੁਤੇ ਫਰਕਾਂ ਨਾਲ ਆਪੋ ਆਪਣੀ ਸਮਝ ਮੁਤਾਬਕ ਵਿਖਿਆਨ ਕਰਦੇ ਨੇ, ਪੂਜਾ ਅਰਚਾ ਬਾਰੇ ਕਹਿੰਦੇ ਨੇ, ਪਰ ਅਸੀਂ ਉਹਨਾਂ ਸਾਰਿਆਂ ਵਿੱਚੋਂ ਇੱਕ ਨੂੰ ਵੀ ਨਹੀਂ ਜਾਣਦੇ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਹੀ ਜੋ ਅਸਾਂ ਕਿਹਾ ਹੈ, ਸਭ ਕੁਝ ਕਿਹਾ ਹੈ। ਨਹੀਂ ਨਹੀਂ, ਅਸੀਂ ਨਹੀਂ ਕਿਹਾ, ਬਲਕਿ ਇਹ ਸਭ ਕੁਝ ਤੁਸੀਂ ਹੀ ਆਖਿਆ ਹੈ। ਹਿਰਦੇ ਅੰਦਰ ਬੈਠ ਕੇ ਤੁਸੀਂ ਹੀ ਸਾਰੀ ਬਾਣੀ ਉਚਾਰਨ ਕਰਵਾਈ ਹੈ, ਸਭ ਕੁਝ ਲਿਖਾਇਆ ਹੈ। ਤੇ ਫਿਰ ਦੋਹਰੇ ਵਿੱਚ ਬਚਨ, ਸਗਲ ਦਵਾਰ ਕਉ ਛਾੜ ਕੈ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੋਰ ਸਾਰੇ ਦੁਆਰੇ ਛੱਡ ਦਿੱਤੇ ਨੇ, ਹੋਰ ਕਿਸੇ ਦੁਆਰ ਦੀ ਆਸ ਕੋਈ ਨਹੀਂ ਰੱਖੀ, ਕੇਵਲ ਆਪ ਜੀ ਦਾ ਦਰ ਪਕੜਿਆ ਹੈ, ਕੇਵਲ ਆਪ ਜੀ ਦੇ ਦਰ ਦਾ ਓਟ ਆਸਰਾ ਲਿਆ ਹੈ। ਮਹਾਰਾਜ ਸ਼ਰਨ ਪਏ ਦੀ ਲਾਜ ਆਪ ਜੀ ਕਿਰਪਾ ਕਰਕੇ ਰੱਖ ਲਓ, ਮੈਂ ਆਪ ਜੀ ਦਾ ਦਾਸ ਹਾਂ। ਪ੍ਰਭ ਕੀ ਸ਼ਰਨ ਗਹੀ ਸਭ ਤਿਆਗ, ਬਾਕੀ ਸਾਰਿਆਂ ਨੂੰ ਤਿਆਗ ਕੇ, ਸਭ ਦੇਵੀ ਦੇਵਤਿਆਂ ਦੀ, ਔਲੀਆਂ ਅਵਤਾਰਾਂ ਦੀ ਪੂਜਾ ਨੂੰ ਛੱਡ ਕੇ,
ਸਾਰੇ ਫੋਕਟ ਕਰਮ ਧਰਮਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪਕੜੀ ਹੈ। ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲਿਆ ਹੈ। ਗੁਰ ਸੋ ਪ੍ਰਸੰਨ ਭਏ ਵਡ ਭਾਗ, ਜਿਸ ਨੇ ਬਾਕੀ ਖਿਆਲ ਸਾਰੇ ਆਪਣੇ ਹਿਰਦੇ ਵਿੱਚੋਂ ਛੱਡ ਦਿੱਤੇ ਤੇ ਕੇਵਲ ਗੁਰੂ ਕਾ ਓਟ ਆਸਰਾ ਲਿਆ ਹੈ। ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲਈ ਗੁਰ ਸੋ ਪ੍ਰਸੰਨ ਭਏ ਵਡ ਭਾਗ। ਵੱਡਿਆਂ ਭਾਗਾਂ ਸਦਕਾ ਉਹਦੇ ਉੱਪਰ ਸਤਿਗੁਰੂ ਜੀ ਵਿਸ਼ੇਸ਼ ਤੌਰ ਤੇ ਪ੍ਰਸੰਨ ਹੋ ਗਏ ਨੇ। ਗੁਰਸਿੱਖ ਦਾ ਇਹ ਸਿਧਾਂਤ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਣੈ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ, ਵਾਹਿਗੁਰੂ ਦੇ ਸਰੂਪ ਇੱਕੋ ਇੱਕ ਜੁਗੋ ਜੁਗ ਅਟਲ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪਣਾ ਨਿਸ਼ਚਾ ਰੱਖਣਾ, ਆਪਣਾ ਭਰੋਸਾ ਰੱਖਣਾ, ਇਹ ਗੁਰਸਿੱਖ ਦਾ ਕਰਮ ਹੈ। ਸਾਰੇ ਖਿਆਲਾਂ ਨੂੰ ਛੱਡ ਕੇ ਗੁਰੂ ਕਾ ਬਚਨ ਮੰਨਦਿਆਂ ਹੋਇਆਂ ਜਿਨ੍ਹਾਂ ਨੇ ਕੇਵਲ ਵਾਹਿਗੁਰੂ ਦਾ ਓਟ ਆਸਰਾ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਉੱਪਰ ਪ੍ਰਸੰਨ ਹੋਏ ਨੇ, ਵੱਡਿਆਂ ਭਾਗਾਂ ਵਾਲੇ ਬਣ ਗਏ। ਵੱਡਿਆਂ ਭਾਗਾਂ ਸਦਕਾ ਗੁਰੂ ਕੀ ਖੁਸ਼ੀ, ਗੁਰੂ ਕੀ ਪ੍ਰਸੰਨਤਾ ਹਾਸਲ ਹੋ ਗਈ। ਆਠ ਪਹਿਰ ਗਾਈਐ ਗੋਬਿੰਦ, ਹਜ਼ੂਰ ਫਰਮਾਨ ਕਰਦੇ ਨੇ ਐ ਪ੍ਰਾਣੀ ਜਨੋ, ਆਠ ਪਹਿਰ ਗਾਈਐ ਗੋਬਿੰਦ। ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ, ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਜੋ ਅਕਾਲ ਪੁਰਖ ਵਾਹਿਗੁਰੂ ਹੈ, ਅੱਠੇ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਗਾਈਏ, ਭਾਵ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ, ਪਰਮਾਤਮਾ ਦਾ ਨਾਮ ਜਪੀਏ। ਗਾਈਐ ਰਾਤ ਦਿਨਾਂਤ ਗਾਵਣ ਜੋਗਿਆ, ਜੋ ਗੁਰ ਕੀ ਪੈਰੀ ਪਾਹੇ ਤਿਨੀ ਹਰ ਰਸ ਭੋਗਿਆ। ਇਉਂ ਅੱਠੇ ਪਹਿਰ ਇੱਕ ਪਰਮਾਤਮਾ ਦੇ ਨਾਲ ਆਪਣੀ ਲਿਵ ਲਗਾ ਕੇ ਰੱਖੀਏ, ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰੀਏ। ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ, ਇਹ ਭਾਵਨਾ ਮਨ ਅੰਦਰ ਹੋਵੇ, ਇਹ ਪਰਪੱਕ ਨਿਸ਼ਚਾ ਹੋਵੇ ਕਿ ਤਨ ਧਨ ਪ੍ਰਭ ਕਾ। ਇਹ ਸਾਡਾ ਸਰੀਰ ਵੀ ਉਸ ਪ੍ਰਭ ਸਰਬ ਕਲਾ ਸਮਰੱਥ ਵਾਹਿਗੁਰੂ ਦਾ ਹੈ। ਸਾਨੂੰ ਬਖਸ਼ਿਸ਼ ਕੀਤਾ ਹੋਇਆ ਧਨ ਵੀ ਉਸ ਪਰਮਾਤਮਾ ਦਾ ਹੀ ਹੈ, ਤੇ ਸਰੀਰ ਅੰਦਰ ਜਿਹੜੀ ਜਿੰਦ ਆਤਮਾ ਵਸਦੀ ਹੈ, ਇਹ ਜਿੰਦ ਦਾ ਮਾਲਕ ਵੀ ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਹੈ। ਤਾਂ ਹੀ ਤਾਂ ਗੁਰਸਿੱਖ ਦੀ ਇਹ ਅਰਦਾਸ ਬੇਨਤੀ ਹੈ ਗੁਰ ਚਰਨਾਂ ਵਿੱਚ, ਤਨ ਧਨ ਤੇਰਾ, ਤਨ ਮਨ ਤੇਰਾ, ਧਨ ਭੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਸਤਿਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਨੇ ਨਾ, ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਆ ਪਾਈਐ। ਕਿਉਂਕਿ ਸਭ ਕਾਸੇ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਧ ਨੀਕੀ ਖਟਾਨੀ। ਕਿਉਂਕਿ ਇਹਨਾਂ ਸਾਰੇ ਪਦਾਰਥਾਂ ਨੂੰ, ਸਰੀਰ ਨੂੰ, ਮਨ ਨੂੰ, ਧਨ ਦੌਲਤ ਨੂੰ, ਜਿੰਦ ਆਤਮਾ ਨੂੰ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਹੈ। ਇਉਂ ਸਭ ਕਾਸੇ ਦਾ ਮਾਲਕ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੈ। ਤੇ ਜੋ ਸਭ ਕਾਸੇ ਦਾ ਮਾਲਕ ਹੈ, ਹਰ ਵਕਤ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਰਹੀਏ। ਵਿਸਰਾਮ ਦੇ ਕੇ ਹਜੂਰ ਫਰਮਾਨ ਕਰਦੇ ਹਨ, ਹਰ ਗੁਣ ਰਮਤ ਭਏ ਆਨੰਦ। ਅਕਾਲ ਪੁਰਖ ਵਾਹਿਗੁਰੂ ਦੇ ਗੁਣ ਉਚਾਰਨ ਕਰਦਿਆਂ ਹੋਇਆਂ ਭਏ ਆਨੰਦ, ਆਨੰਦ ਹੀ ਆਨੰਦ ਪ੍ਰਾਪਤ ਹੋ ਗਏ, ਸੁਖਾਂ ਦੀ ਪ੍ਰਾਪਤੀ ਹੋਈ। ਰਮਤ ਦਾ ਭਾਵ ਉਚਾਰਨ ਕਰਦਿਆਂ ਹੋਇਆਂ ਜਿਸ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਜੋਗੀਆਂ ਨੇ ਲੰਮਾ ਲੰਮਾ ਸਮਾਂ ਜੋਗ ਸਾਧਨਾ ਕੀਤੀਆਂ, ਤਪੱਸਵੀਆਂ ਨੇ ਤਪੱਸਿਆ ਕੀਤੀਆਂ, ਧਿਆਨੀਆਂ ਨੇ ਧਿਆਨ ਲਗਾਏ, ਉਹ ਆਨੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਉਚਾਰਨ ਕਰਨ ਤੋਂ ਪ੍ਰਾਪਤ ਹੁੰਦਾ ਹੈ। ਵੈਸੇ ਤਾਂ ਆਨੰਦ ਆਨੰਦ ਦੁਨੀਆ ਤੇ ਹਰ ਕੋਈ ਕਹਿੰਦਾ ਫਿਰਦਾ ਹੈ। ਵਿਸ਼ਈ ਮਨੁੱਖ ਸੰਸਾਰਕ ਭੋਗਾਂ ਵਿੱਚ ਆਨੰਦ ਕਲਪਤ ਕਰੀ ਬੈਠਾ ਹੈ। ਜੋਗੀ ਪੁਰਸ਼ ਜੋਗ ਸਾਧਨਾ ਵਿੱਚ 84 ਆਸਣਾ ਵਿੱਚ ਆਨੰਦ ਪਏ ਮੰਨਦੇ ਨੇ। ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਆਨੰਦ ਆਨੰਦ ਸਭ ਕੋ ਕਹੈ। ਕਹਿਣ ਮਾਤਰ ਨੂੰ ਤਾਂ ਆਨੰਦ ਆਨੰਦ ਸਾਰੇ ਹੀ ਕਹਿੰਦੇ ਨੇ। ਭੁੱਖ ਲੱਗਦੀ ਹੈ, ਆਪਾਂ ਪ੍ਰਸ਼ਾਦਾ ਛਕਦੇ ਹਾਂ, ਸਵਾਦ ਲੱਗਦਾ ਹੈ, ਕਹਿ ਦਿੰਦੇ ਜੀ ਬੜਾ ਸਵਾਦ ਲੱਗਾ, ਬੜਾ ਆਨੰਦ ਆਇਆ, ਆਨੰਦ ਹੋ ਗਿਆ। ਪਰ ਕੁਝ ਸਮੇਂ ਬਾਅਦ ਹੀ ਭੁੱਖ ਫੇਰ ਲੱਗ ਗਈ, ਆਨੰਦ ਦੌੜ ਗਿਆ, ਭੱਜ ਗਿਆ। ਵਿਸ਼ੇ ਦਾ ਆਨੰਦ ਕੇਵਲ ਸਪਰਸ਼ ਮਾਤਰ ਤੋਂ ਹੈ। ਜਦੋਂ ਸਪਰਸ਼ ਨਹੀਂ ਤਾਂ ਉਹ ਆਨੰਦ ਵੀ ਨਹੀਂ। ਜੋਗ ਆਨੰਦ, ਜੋਗ ਬਿਰਤੀ, ਜੋਗ ਸਾਧਨਾ ਦਾ ਕੇਵਲ ਓਨਾ ਚਿਰ ਹੈ ਜਿੰਨਾ ਚਿਰ ਸਮਾਧੀ ਲੱਗੀ ਹੈ ਤੇ ਪ੍ਰਾਣ ਦਸਮ ਦੁਆਰੇ ਟਿਕੇ ਨੇ।
ਉਹਦੇ ਤੋਂ ਬਾਅਦ ਫੇਰ ਕੁਝ ਵੀ ਨਹੀਂ। ਇਉਂ ਕਹਿਣ ਮਾਤਰ ਨੂੰ ਤਾਂ ਆਨੰਦ ਆਨੰਦ ਸਭ ਕੋਈ ਕਹਿੰਦੇ ਨੇ, ਪਰ ਉਹ ਸਾਰੇ ਆਨੰਦ ਝੂਠੇ ਨੇ, ਨਾਸਵੰਤ ਨੇ। ਆਨੰਦ ਗੁਰ ਤੇ ਜਾਣਿਆ, ਜਿਹੜਾ ਅਸਲੀ ਆਨੰਦ ਹੈ, ਜੋ ਇੱਕ ਵਾਰ ਪ੍ਰਾਪਤ ਹੋ ਜਾਵੇ ਤਾਂ ਕਦੇ ਖਤਮ ਨਹੀਂ ਹੁੰਦਾ, ਉਹ ਆਨੰਦ, ਉਹ ਸੁਖ ਸਤਿਗੁਰਾਂ ਤੋਂ ਜਾਣਿਆ ਜਾਂਦਾ ਹੈ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰਹਿ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਮਨ ਬੁੱਧ ਰੂਪੀ ਨੇਤਰਾਂ ਵਿੱਚ ਜਦੋਂ ਸਤਿਗੁਰਾਂ ਨੇ ਅੰਤਰੀਵ ਗਿਆਨ ਰੂਪੀ ਸੁਰਮਾ ਬਖਸ਼ਿਸ਼ ਕਰ ਦਿੱਤਾ, ਤਾਂ ਉਸ ਅੰਤਰੀਵ ਗਿਆਨ ਦੀ ਪ੍ਰਾਪਤੀ ਹੋਣ ਕਰਕੇ ਮਨ ਨੂੰ ਸੱਚਾ ਆਨੰਦ ਪ੍ਰਾਪਤ ਹੋਇਆ। ਹਰ ਗੁਣ ਰਮਤ ਭਏ ਆਨੰਦ, ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਉਚਾਰਨ ਕਰਦਿਆਂ ਹੋਇਆਂ ਅਨੇਕਾਂ ਹੀ ਆਨੰਦ ਪ੍ਰਾਪਤ ਹੋ ਜਾਂਦੇ ਹਨ। ਪਾਰ ਬ੍ਰਹਮ ਪੂਰਨ ਬਖਸ਼ੰਦ, ਪਾਰ ਬ੍ਰਹਮ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਤੇ ਬ੍ਰਹਮ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਜੋ ਪਰਿਪੂਰਨ ਹੈ, ਜਿਸ ਵਿੱਚ ਕੋਈ ਊਣਤਾਈ ਨਹੀਂ, ਕੋਈ ਕਮਜ਼ੋਰੀ ਨਹੀਂ, ਕੋਈ ਘਾਟ ਨਹੀਂ, ਤੇ ਜੋ ਸਾਰੀਆਂ ਜਗ੍ਹਾ ਤੇ ਵਿਆਪਕ ਹੈ। ਬਖਸ਼ੰਦ, ਉਹ ਵਾਹਿਗੁਰੂ ਬਖਸ਼ਿਸ਼ਾਂ ਕਰਨ ਵਾਲਾ ਹੈ। ਜੋ ਨਾਮ ਜਪਦੇ ਨੇ, ਜੋ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਉੱਪਰ ਅਕਾਲ ਪੁਰਖ ਵਾਹਿਗੁਰੂ ਆਪ ਆਪਣੀ ਬਖਸ਼ਿਸ਼ ਕਰਕੇ ਆਨੰਦ ਦੀ ਦਾਤ ਬਖਸ਼ਦਾ ਹੈ। ਬੜੇ ਸੁੰਦਰ ਬਚਨ ਨੇ ਗੁਰਬਾਣੀ ਵਿੱਚ, ਸਗਲ ਸ੍ਰਿਸ਼ਟ ਕੋ ਧਣੀ ਕਹੀਜੈ, ਜਨ ਕੋ ਅੰਗ ਨਿਰਾਰੋ। ਭਾਵੇਂ ਅਕਾਲ ਪੁਰਖ ਵਾਹਿਗੁਰੂ ਮਾਲਕ ਤਾਂ ਸਾਰੇ ਸੰਸਾਰ ਦਾ ਹੀ ਹੈ, ਸਾਰੀ ਸ੍ਰਿਸ਼ਟੀ ਦਾ ਹੈ, ਪਰ ਜਿਹੜੇ ਉਸ ਦੇ ਜਨ ਬਣ ਗਏ, ਪਿਆਰੇ ਬਣ ਗਏ, ਉਹਨਾਂ ਦਾ ਪੱਖ ਵਾਹਿਗੁਰੂ ਨਿਰਾਲੇ ਵੱਖਰੇ ਤੌਰ ਤੇ ਕਰਦਾ ਹੈ। ਇੱਕ ਪਿਤਾ ਦੇ ਅਨੇਕਾਂ ਪੁੱਤਰ ਹਨ, ਪੁੱਤਰ ਤਾਂ ਭਾਵੇਂ ਸਾਰੇ ਹੀ ਉਸ ਦੇ ਨੇ, ਸਾਰਿਆਂ ਦਾ ਹੀ ਪਿਤਾ ਹੈ, ਪਰ ਸਾਰੇ ਪੁੱਤਰਾਂ ਵਿੱਚੋਂ ਜਿਹੜਾ ਪੁੱਤਰ ਬਹੁਤਾ ਆਗਿਆਕਾਰੀ ਹੋਵੇ, ਨੇਕ ਸੁਭਾਅ ਵਾਲਾ ਹੋਵੇ, ਪਿਤਾ ਦੇ ਹੁਕਮ ਨੂੰ ਮੰਨਣ ਵਾਲਾ ਤੇ ਸਤਿਕਾਰ ਕਰਨ ਵਾਲਾ ਹੋਵੇ, ਉਹਦੇ ਉੱਪਰ ਸਾਰੇ ਪੁੱਤਰਾਂ ਤੋਂ ਵਧੇਕ ਖੁਸ਼ੀ ਪਿਤਾ ਦੀ ਹੋਇਆ ਕਰਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਕੀ ਆਗਿਆ ਵਿੱਚ ਚੱਲਣ ਵਾਲੇ ਹਨ, ਉਹਨਾਂ ਉੱਪਰ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ। ਬਖਸ਼ਿਸ਼ਾਂ ਕਰਨ ਵਾਲਾ ਵਾਹਿਗੁਰੂ ਹਮੇਸ਼ਾ ਉਹਨਾਂ ਨੂੰ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦਾ ਹੈ। ਕਰ ਕਿਰਪਾ ਜਨ ਸੇਵਾ ਲਾਏ, ਜਿਹੜੇ ਜਨ ਬਣ ਗਏ, ਜਿਹੜੇ ਪਿਆਰੇ ਬਣ ਗਏ, ਜਿਹੜੇ ਦਾਸ ਬਣ ਗਏ ਗੁਰੂ ਕੇ, ਕਰ ਕਿਰਪਾ ਜਨ ਸੇਵਾ ਲਾਏ। ਉਹਨਾਂ ਤੇ ਕਿਰਪਾ ਕਰਦਿਆਂ ਹੋਇਆਂ ਉਹਨਾਂ ਆਪਣੇ ਜਨਾਂ ਨੂੰ, ਆਪਣੇ ਪਿਆਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਸੇਵਾ ਦੇ ਵਿੱਚ ਲਾ ਲਿਆ ਹੈ। ਗੁਰੂ ਕੀ ਸੇਵਾ, ਪਰਮਾਤਮਾ ਦੇ ਦਰ ਦੀ ਸੇਵਾ ਕੋਈ ਸੁਖਾਲੀ ਬਾਤ ਨਹੀਂ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜਾ ਆਪ ਗਵਾਏ। ਗਾਖੜੀ ਤੋਂ ਭਾਵ ਕਠਨ, ਬੜੀ ਔਖੀ ਹੈ ਗੁਰੂ ਕੀ ਸੇਵਾ। ਸਿਰ ਦੀਜੈ, ਸਿਰ ਦੇਣਾ ਪੈਂਦਾ ਹੈ, ਆਪਣਾ ਆਪਾ ਗਵਾਉਣਾ ਪੈਂਦਾ ਹੈ। ਆਪਣਾ ਆਪਾ ਗਵਾ ਕੇ ਹੰਕਾਰ ਰੂਪੀ ਸਿਰ ਨੂੰ ਵੱਢਣਾ ਪੈਂਦਾ, ਨਿਮਰਤਾ ਵਿੱਚ ਆਉਣਾ ਪੈਂਦਾ ਹੈ, ਫੇਰ ਗੁਰੂ ਕੀ ਸੇਵਾ ਹੁੰਦੀ ਹੈ। ਇਹ ਜਿਹੜੀ ਕਠਨ ਸੇਵਾ ਹੈ ਨਾ, ਇਹ ਸੇਵਾ ਉਹੀ ਕਰ ਸਕਦਾ ਜਿਸ ਨੂੰ ਕਰਨ ਦਾ ਸੁਭਾਗ ਅਕਾਲ ਪੁਰਖ ਵਾਹਿਗੁਰੂ ਆਪ ਬਖਸ਼ਿਸ਼ ਕਰ ਦੇਵੇ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਸੇਵਾ ਵਿੱਚੋਂ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਤੇਰੀ ਸੇਵਾ ਵਿੱਚੋਂ ਦੁਨੀਆ ਦੇ ਭੋਗ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਤੇਰੀ ਸੇਵਾ ਵਿੱਚੋਂ ਤੇਰੇ ਨਾਲ ਜੁੜਨ ਦੀ ਜੁਗਤੀ ਪ੍ਰਾਪਤ ਹੁੰਦੀ ਹੈ। ਪਰ ਸੇਵਾ ਕਰ ਉਹੀ ਸਕਦਾ ਹੈ ਜਿਸ ਦੇ ਕੋਲੋਂ ਤੂੰ ਆਪ ਕਰਾ ਲਵੇਂ। ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੁਧ ਭਾਵੈ, ਜਿਸ ਨੂੰ ਤੂੰ ਰੰਗ ਧਰਤਾ। ਇਉਂ ਆਪਣੀ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਆਪਣੀ ਸੇਵਾ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਲਾ ਲਿਆ। ਜਨਮ ਮਰਨ ਦੁਖ ਮੇਟ ਮਿਲਾਏ, ਤੇ ਜਿਨ੍ਹਾਂ ਨੂੰ ਆਪ ਹੀ ਸੇਵਾ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ, ਸੇਵਾ ਤੇ ਸਿਮਰਨ ਦਾ ਮਹਾਨ ਗੁਣ ਜਿਨ੍ਹਾਂ ਨੂੰ ਬਖਸ਼ਿਸ਼ ਕੀਤਾ, ਜਨਮ ਮਰਨ ਦੁਖ ਮੇਟ ਮਿਲਾਏ। ਵਾਰ-ਵਾਰ ਜਨਮ ਲੈ ਕੇ ਆਉਣਾ ਤੇ ਮਰ ਕੇ ਜਾਣਾ, ਇਹ ਆਵਾਗਮਨ ਦਾ ਜਿਹੜਾ ਗੇੜਾ ਹੈ, ਇਹ ਜੰਮਣ ਮਰਨ ਦਾ ਵੱਡਾ ਦੁੱਖ ਪ੍ਰਮਾਤਮਾ ਨੇ ਮੇਟ ਦਿੱਤਾ ਹੈ। ਜਨਮ ਮਰਨ ਦੁੱਖ, ਜਨਮ ਤੋਂ ਲੈ ਕੇ ਮਰਨ ਤੱਕ ਦੇ ਦੁੱਖ, ਭਾਵ ਕਿ ਜਿੰਨੇ ਵੀ ਦੁੱਖ ਜੀਵਨ ਵਿੱਚ ਪ੍ਰਾਪਤ ਹੁੰਦੇ ਨੇ, ਇਹ ਸੰਸਾਰਕ ਦੁੱਖ ਵੀ ਮੇਟ ਦਿੱਤੇ। ਵਾਰ-ਵਾਰ ਜਨਮ ਮਰਨ ਦਾ ਦੁੱਖ ਵੀ ਮੇਟ ਦਿੱਤਾ ਤੇ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ, ਆਪਣੇ ਸਰੂਪ ਵਿੱਚ ਅਭੇਦ ਕਰ ਲਿਆ। ਜੀਵਨ ਮੁਕਤੀ, ਕੇਵਲ ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਕਰਮ ਧਰਮ ਇਹੋ ਤਤ ਗਿਆਨ, ਹਜੂਰ ਫਰਮਾਨ ਕਰਦੇ ਨੇ, ਭਾਈ ਇਹੀ ਸਾਰਿਆਂ ਨਾਲੋਂ ਸ੍ਰੇਸ਼ਟ ਕਰਮ ਹੈ।
ਤਰ੍ਹਾਂ ਤਰ੍ਹਾਂ ਦੇ ਕਰਮ ਜਿਵੇਂ ਕੀਤੇ ਜਾਂਦੇ ਨੇ ਨਾ ਵੇਦ ਵਿਧੀਆਂ ਮੁਤਾਬਕ, ਕੋਈ ਜਲ ਧਾਰੇ ਕਰਨੇ, ਕੋਈ ਪੂਜਾ ਅਰਚਾ ਕਰਨੀ, ਕੋਈ ਧੂਣੀਆਂ ਇਤਿਆਦਿਕ ਲਾਉਣੀਆਂ, ਹੋਰ ਤਰ੍ਹਾਂ ਦੇ ਕੋਈ ਅਰਚਾ ਇਤਿਆਦਿਕ ਸਾਧਨ ਕਰਨੇ, ਇਹ ਤਰ੍ਹਾਂ ਤਰ੍ਹਾਂ ਦੇ ਕਰਮ ਵੀ ਇਹੀ ਹੈ ਕਿ ਪ੍ਰਮਾਤਮਾ ਦਾ ਨਾਮ ਜਪਣਾ। ਤਰ੍ਹਾਂ ਤਰ੍ਹਾਂ ਦੇ ਜਿਹੜੇ ਧਰਮ ਮਿੱਥੇ ਗਏ ਨੇ, ਸਭ ਨਾਲੋਂ ਉੱਤਮ ਧਰਮ ਵੀ ਪ੍ਰਮਾਤਮਾ ਦੀ ਬੰਦਗੀ ਹੀ ਹੈ। ਇਹੋ ਤਤ ਗਿਆਨ, ਅਨੇਕ ਪ੍ਰਕਾਰ ਦਾ ਗਿਆਨ ਹਾਸਲ ਕਰਨ ਦੀ ਫਿਰਾਕ ਵਿੱਚ ਰਹਿੰਦਾ ਹੈ ਮਨੁੱਖ। ਜਿੱਥੋਂ ਵੀ ਗਿਆਨ ਮਿਲੇ ਪ੍ਰਾਪਤ ਕਰਨਾ ਚਾਹੁੰਦਾ ਹੈ, ਪਰ ਅੱਜ ਦਾ ਮਨੁੱਖ ਕੇਵਲ ਤੇ ਕੇਵਲ ਬਾਹਰੀ ਗਿਆਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਕੇਵਲ ਮਾਦੇ ਦਾ ਗਿਆਨ, ਕੇਵਲ ਪਦਾਰਥਵਾਦੀ ਜਾਣਕਾਰੀ ਤੇ ਸੂਝ-ਬੂਝ। ਤੇ ਜਿਹੜੇ ਕੋਈ ਹੋਰ ਧਰਮ ਦੀ ਖੋਜ ਵੱਲੇ ਚੱਲਦੇ ਨੇ, ਉਹ ਵੀ ਕੇਵਲ ਤੇ ਕੇਵਲ ਵੇਦਾਂ ਸ਼ਾਸਤਰਾਂ ਤੇ ਧਰਮ ਸਿਧਾਂਤਾਂ ਦਾ ਗਿਆਨ ਹਾਸਲ ਕਰਨ ਤੱਕ ਹੀ ਸੀਮਤ ਰਹਿ ਜਾਂਦੇ ਨੇ। ਪਰ ਸਤਿਗੁਰੂ ਕਹਿੰਦੇ ਨੇ, ਗੁਰਸਿੱਖ ਪਿਆਰਿਓ, ਇਹੋ ਤਤ ਗਿਆਨ, ਤਤ ਤੋਂ ਭਾਵ ਹੈ ਤੱਥ, ਤੱਥ ਦਾ ਗਿਆਨ, ਸਿਧਾਂਤ ਦਾ ਗਿਆਨ ਵੀ ਇਹੀ ਹੈ। ਸਾਧ ਸੰਗ ਜਪਿਐ ਹਰ ਨਾਮ, ਕਿ ਸਾਧ ਸੰਗਤ ਵਿੱਚ ਆ ਕੇ ਗੁਰ ਚਰਨਾਂ ਦੇ ਨਾਲ ਜੁੜ ਕੇ ਜੋ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਉਸ ਵਾਹਿਗੁਰੂ ਦਾ ਨਾਮ ਜਪੀਏ। ਨਾਮ ਹੀ ਸ਼੍ਰੋਮਣੀ ਕਰਮ ਹੈ, ਨਾਮ ਹੀ ਸ਼੍ਰੋਮਣੀ ਧਰਮ ਹੈ, ਤੇ ਨਾਮ ਦਾ ਜਪਣਾ ਹੀ ਤਤ ਗਿਆਨ ਹੈ। ਤਤ ਸਰੂਪ ਦੀ ਪ੍ਰਾਪਤੀ ਕਰਾ ਦੇਣ ਵਾਲਾ ਗਿਆਨ ਹੈ ਪ੍ਰਮਾਤਮਾ ਦਾ ਨਾਮ। ਇਹੀ ਕਰਮ ਧਰਮ ਜਪ ਇਹੀ, RAM ਨਾਮ ਨਿਰਮਲ ਹੈ ਰੀਤ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਰਮਾਂ ਵਿੱਚੋਂ ਉੱਤਮ ਧਰਮ ਵੀ ਪ੍ਰਮਾਤਮਾ ਦਾ ਨਾਮ, ਸਾਰੇ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਵੀ ਵਾਹਿਗੁਰੂ ਦਾ ਨਾਮ ਸਿਮਰਨ, ਤੇ ਨਾਮ ਸਿਮਰਨ ਦੇ ਸਦਕਾ ਹੀ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਾਗਰ ਤਰ ਬੋਹਿਤ ਪ੍ਰਭ ਚਰਨ, ਇਸ ਲਈ ਐ ਜੀਵ ਜੇ ਤਰਨਾ ਚਾਹੁੰਦਾ ਹੈ ਨਾ ਸੰਸਾਰ ਸਮੁੰਦਰ ਨੂੰ, ਤਾਂ ਬੋਹਿਤ ਪ੍ਰਭ ਚਰਨ, ਪ੍ਰਭੂ ਪਰਮਾਤਮਾ ਦੇ ਜੋ ਨਾਮ ਰੂਪੀ ਚਰਨ ਹਨ, ਉਹ ਬੋਹਿਤ ਰੂਪ ਹਨ, ਜਹਾਜ਼ ਰੂਪ ਨੇ। ਜਿਵੇਂ ਪ੍ਰਤੱਖ ਕਿਸੇ ਵੱਡੇ ਦਰਿਆ ਨੂੰ, ਕਿਸੇ ਸਾਗਰ ਨੂੰ, ਕਿਸੇ ਸਮੁੰਦਰ ਨੂੰ ਪਾਰ ਕਰਨ ਵਾਸਤੇ ਸਮੁੰਦਰੀ ਬੇੜੇ ਦੀ ਜਹਾਜ਼ ਦੀ ਲੋੜ ਪੈਂਦੀ ਹੈ ਨਾ, ਇਵੇਂ ਸਤਿਗੁਰਾਂ ਦੇ ਨਾਮ ਰੂਪੀ ਚਰਨ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰਨ ਵਾਲੇ ਨੇ। ਬੋਹਿਥੜਾ ਹਰ ਚਰਨ ਮਨ ਚੜ ਲੰਗੀ ਹੈ। ਬੋਹਿਥ ਰੂਪ ਜਹਾਜ਼ ਰੂਪ ਹਨ ਗੁਰੂ ਕੇ ਪਾਵਨ ਚਰਨ, ਜਿਨ੍ਹਾਂ ਤੇ ਮਨ ਰੂਪ ਕਰਕੇ ਚੜ ਜਾਈਏ ਤਾਂ ਸੰਸਾਰ ਸਾਗਰ ਤੋਂ ਪਾਰ ਉਤਰ ਜਾਈਦਾ ਹੈ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਤਲੁਜ ਦਰਿਆ ਤੋਂ ਪਾਰ ਜਾਣਾ ਹੈ ਸ੍ਰੀ ਅਨੰਦਪੁਰ ਸਾਹਿਬ ਵਿਖੇ। ਸਿੰਘਾਂ ਦੇ ਇੱਕ ਛੋਟੇ ਜਥੇ ਸਮੇਤ ਸਤਿਗੁਰਾਂ ਨੇ ਦਰਿਆ ਦੇ ਪੱਤਣ ਵੱਲ ਨੂੰ ਚਾਲੇ ਪਾਏ। ਪੱਤਣ ਤੇ ਬੇੜੀਆਂ ਚਲਾਉਣ ਵਾਲੇ ਜਿੰਨੇ ਵੀ ਮਲਾਹ ਸਨ, ਧਨ ਦੌਲਤ ਦੀ ਆਸ ਰੱਖ ਕੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤੀ ਮਾਇਆ ਇਵਜ ਵਜੋਂ ਦੇਣਗੇ, ਆਪੋ ਆਪਣੀਆਂ ਬੇੜੀਆਂ ਨੂੰ ਸੰਜਾਉਂਦੇ ਸਵਾਰਦੇ ਨੇ। ਹਰ ਕਿਸੇ ਦੀ ਭਾਵਨਾ ਕਿ ਸਤਿਗੁਰੂ ਜੀ ਮੇਰੀ ਬੇੜੀ ਵਿੱਚ ਬੈਠਣ, ਮੈਂ ਸਤਿਗੁਰਾਂ ਨੂੰ ਪਾਰ ਕਰਾਂ ਤੇ ਗੁਰੂ ਕੋਲੋਂ ਮਿਹਨਤ ਮਜ਼ਦੂਰੀ ਚੰਗੀ ਮਿਲ ਜਾਵੇਗੀ। ਪਰ ਇਹਨਾਂ ਸਾਰਿਆਂ ਵਿੱਚ ਇੱਕ ਗਰੀਬ ਮਲਾਹ ਹੈ ਸੈਦਾ। ਭਾਵਨਾ ਉਹਦੀ ਵੀ ਹੈ ਕਿ ਸਤਿਗੁਰੂ ਜੀ ਮੈਨੂੰ ਸੇਵਾ ਦਾ ਸੁਭਾਗ ਬਖਸ਼ਣ, ਪਰ ਧਨ ਦੌਲਤ ਦੀ ਲਾਲਸਾ ਨਹੀਂ। ਮਨ ਦਾ ਖਿਆਲ ਹੈ ਕਿ ਜੇ ਸਤਿਗੁਰੂ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਵੇ, ਗੁਰੂ ਕੀ ਸੇਵਾ ਕਰਕੇ ਮੇਰਾ ਜੀਵਨ ਸਫਲਾ ਹੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਸਜੀਆਂ ਸਮਰੀਆਂ ਬੇੜੀਆਂ ਨੂੰ ਛੱਡ ਕੇ ਸੈਦੇ ਮਲਾਹ ਦੀ ਪ੍ਰਾਣੀ ਜੀ ਬੇੜੀ ਵਿੱਚ ਆ ਬੈਠੇ। ਚੱਲ ਸੈਦਿਆ, ਸਾਨੂੰ ਦਰਿਆ ਤੋਂ ਪਾਰ ਕਰ। ਸਤਿਗੁਰੂ ਕਾ ਬਚਨ ਮੰਨਿਆ, ਬੇੜੀ ਨੂੰ ਚੱਪੂ ਲਾਏ ਠੇਲਿਆ। ਕੁਝ ਸਮਾਂ ਦਰਿਆ ਦੀ ਸੈਰ ਕਰਵਾ ਕੇ ਪਰਲੇ ਕਿਨਾਰੇ ਬੇੜੀ ਜਾ ਲਗਾਈ। ਸਤਿਗੁਰੂ ਜੀ ਉਤਰੇ, ਕਹਿਣ ਲੱਗੇ, ਸੈਦਿਆ ਦੱਸ ਕਿੰਨਾ ਕਿਰਾਇਆ ਬਣਿਆ, ਕਿੰਨੀ ਮਜ਼ਦੂਰੀ ਬਣੀ, ਤੈਨੂੰ ਦੇ ਦੇਈਏ। ਹੱਥ ਜੋੜ ਲਏ ਸੈਦੇ ਨੇ, ਕਹਿਣ ਲੱਗਾ, ਮਹਾਰਾਜ ਸਾਡਾ ਧੰਦਾ ਇੱਕ, ਸਾਡਾ ਕਾਰੋਬਾਰ ਇੱਕ। ਤੁਸੀਂ ਵੀ ਮਲਾਹ ਤੇ ਮੈਂ ਵੀ ਮਲਾਹ। ਮਲਾਹ ਦੇ ਕੋਲੋਂ ਮਜ਼ਦੂਰੀ ਲੈਂਦਾ ਚੰਗਾ ਨਹੀਂ ਲੱਗਦਾ। ਬੜੇ ਹੈਰਾਨ ਸਿੰਘ, ਗਰੀਬ ਜਿਹਾ ਮਲਾਹ ਦੀਨ ਦੁਨੀਆ ਦੇ ਪਾਤਸ਼ਾਹ ਨੂੰ ਆਪਣੇ ਵਰਗਾ ਮਲਾਹ ਦੱਸਦਾ ਹੈ। ਬੇਨਤੀ ਜੋ ਕੀਤੀ ਸੈਦੇ ਮਲਾਹ ਨੇ, ਕਹਿਣ ਲੱਗਾ, ਥਾਰੀ ਆਓ ਹਮਾਰੀ ਕਛੂ ਜਾਤ ਨਾ ਨਿਆਰੀ ਨਾਥ। ਖੇਵਟੀ ਕੇ ਕਰਮ ਜਰਾ ਨੀਕੇ ਕੈ ਨਿਹਾਰੀਐ। ਭਵ ਸਿੰਧ ਤਾਰਵੇ ਕੋ ਖੇਵਟੀ ਕਹਾਏ ਆਪ। ਨਦੀ ਚਾ ਉਤਾਰੜੇ ਕੋ ਦਾਸ ਜੇ ਵਿਚਾਰੀਏ। खेवट ही आप और खेवट ही जानो मोह। दे के मजूरी नाथ मोहे ना लजारिए। मोरे काट आए तो हे पार ही है कियो नाथ। थारे काट आऊं मोहे पार चा उतारिए।
ਮਹਾਰਾਜ ਤੁਸੀਂ ਵੀ ਮਲਾਹ, ਮੈਂ ਵੀ ਮਲਾਹ। ਮੈਂ ਸਤਲੁਜ ਦਰਿਆ ਦੇ ਇਸ ਪੱਤਣ ਦਾ ਮਲਾਹ ਹਾਂ, ਤੁਸੀਂ ਸੰਸਾਰ ਸਾਗਰ ਤੋਂ ਤਾਰਨ ਵਾਲੇ ਮਲਾਹ ਹੋ। ਮਹਾਰਾਜ ਮੈਨੂੰ ਮਜ਼ਦੂਰੀ ਦੇ ਕੇ ਸ਼ਰਮਿੰਦਿਆਂ ਨਾ ਕਰੋ, ਜੇ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਇਉਂ ਕਰੋ, ਮੇਰੇ ਘਾਟ ਤੇ ਤੁਸੀਂ ਆਏ, ਮੈਂ ਤੁਹਾਨੂੰ ਦਰਿਆ ਤੋਂ ਪਾਰ ਕੀਤਾ, ਜਦੋਂ ਮੈਂ ਤੁਹਾਡੇ ਘਾਟ ਤੇ ਆਵਾਂ ਤਾਂ ਮੈਨੂੰ ਸੰਸਾਰ ਤੋਂ ਪਾਰ ਕਰ ਦਿਓ। ਸੱਚੀ ਸੁੱਚੀ ਭਾਵਨਾ ਤੱਕ ਸਤਿਗੁਰੂ ਜੀ ਪ੍ਰਸੰਨ ਹੋਏ। ਸੈਦਿਆ ਦੇਖ ਸਾਡੇ ਨਾਲ ਕਿੰਨੇ ਸਿੰਘ ਆਏ ਨੇ, ਗਿਣਤੀ ਕਰਕੇ ਦੱਸਿਆ ਮਹਾਰਾਜ 21 ਸਿੰਘ ਆਪ ਜੀ ਦੇ ਨਾਲ ਨੇ। ਸਤਿਗੁਰੂ ਕਹਿਣ ਲੱਗੇ ਤੈਨੂੰ ਇਕੱਲੇ ਨੂੰ ਨਹੀਂ, ਜਾਂ ਤੇਰੀਆਂ 21 ਕੁਲਾਂ ਦਾ ਪਾਰ ਉਤਾਰਾ ਕੀਤਾ, ਤੇਰੀਆਂ 21 ਕੁਲਾਂ ਨੂੰ ਪਾਰ ਉਤਾਰਿਆ। ਨਾਮ ਸਿਮਰਨ ਕਰਿਆ ਕਰ, ਗੁਰੂ ਕੀ ਬਾਣੀ ਪੜਿਆ ਕਰ, ਪਾਰ ਉਤਾਰਾ ਜ਼ਰੂਰ ਹੋਵੇਗਾ। ਸੋ ਇਉਂ ਸਤਿਗੁਰੂ ਜੀ ਕਿਰਪਾ ਕਰਕੇ ਸੰਸਾਰ ਤੋਂ ਪਾਰ ਉਤਾਰਨ ਵਾਲੇ ਨੇ। ਭਾਈ ਜੇ ਤਰਨਾ ਚਾਹੁੰਦਾ ਸੰਸਾਰ ਸਾਗਰ ਨੂੰ ਤਾਂ ਸਤਿਗੁਰੂ ਮਹਾਰਾਜ ਜੀ ਦੇ ਨਾਮ ਰੂਪੀ ਚਰਨ ਜੋ ਹਨ ਉਹ ਬੋਹਿਥ ਰੂਪ ਜਹਾਜ਼ ਬੇੜੀ ਰੂਪ ਹਨ। ਅੰਤਰਜਾਮੀ ਪ੍ਰਭ ਕਾਰਣ ਕਰਨ, ਉਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਹੈ, ਅੰਦਰ ਦੀਆਂ ਨੂੰ ਜਾਣਨ ਵਾਲਾ ਹੈ, ਸਰਬ ਕਲਾ ਸਮਰੱਥ ਹੈ, ਸਾਰੇ ਕਾਰਣਾਂ ਨੂੰ ਕਰਨ ਦੇ ਸਮਰੱਥ ਹੈ, ਕਰਨ ਵਾਲਾ ਹੈ ਸਭ ਕੁਝ। ਜੇ ਉਸ ਦਾ ਆਸਰਾ ਲਵੇਂਗਾ ਤਾਂ ਜ਼ਰੂਰ ਪਾਰ ਉਤਾਰਾ ਕਰ ਦੇਵੇਗਾ। ਰਾਖ ਲਈਏ ਆਪਣੀ ਕਿਰਪਾ ਧਾਰ, ਜਿਨ੍ਹਾਂ ਨੇ ਵੀ ਪ੍ਰਮਾਤਮਾ ਦੀ ਸ਼ਰਨ ਲਈ, ਜਿਨ੍ਹਾਂ ਨੇ ਵੀ ਨਾਮ ਰੂਪੀ ਬੇੜੇ ਦਾ ਆਸਰਾ ਲਿਆ, ਆਪਣੀ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਬਣਾ ਕੇ ਰੱਖ ਲਿਆ। ਸੰਸਾਰ ਸਾਗਰ ਮਹਿ ਜਲਨ ਨਾ ਦੀਨੇ, ਕਿਨੈ ਨਾ ਦੁੱਤਰ ਭਾਖੇ। ਐਸੀ ਰੱਖਿਆ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ। ਜਮਾ ਤੋਂ ਰੱਖਿਆ, ਨਰਕਾਂ ਦੇ ਗੇੜਿਆਂ ਤੋਂ ਬਚਾਇਆ ਹੈ, ਜਨਮ ਮਰਨ ਤੋਂ ਬਚਾਇਆ ਹੈ। ਇਉਂ ਆਪਣੀ ਕਿਰਪਾ ਕਰਕੇ ਹਰ ਤਰ੍ਹਾਂ ਨਾਲ ਰੱਖਿਆ ਕੀਤੀ ਵਾਹਿਗੁਰੂ ਨੇ। ਪੰਜ ਦੂਤ ਭਾਗੇ ਬਿਕਰਾਲ, ਤੇ ਜੋ ਸੰਸਾਰ ਸਾਗਰ ਵਿੱਚ ਡੋਬਣ ਦਾ ਪ੍ਰਮੁੱਖ ਕਾਰਨ ਬਣਨ ਵਾਲੇ, ਬੜੇ ਬਿਕਰਾਲ, ਬੜੇ ਭਿਆਨਕ ਸਰੂਪ ਵਾਲੇ ਪੰਜ ਦੂਤ ਹਨ, ਪੰਜ ਔਗਣ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਸਤਿਗੁਰਾਂ ਨੇ ਐਸੀ ਕਿਰਪਾ ਕੀਤੀ, ਇਹ ਪੰਜੇ ਹੀ ਭੱਜ ਗਏ, ਇਹਨਾਂ ਨੂੰ ਨਾਸ ਕਰ ਦਿੱਤਾ, ਖਤਮ ਕਰ ਦਿੱਤਾ। ਇਹਨਾਂ ਮਹਾਬਲੀ ਪੰਜ ਵਿਕਾਰਾਂ ਦੇ ਪ੍ਰਭਾਵ ਤੋਂ ਆਪਣੇ ਗੁਰਸਿੱਖਾਂ ਨੂੰ ਬਚਾ ਲਿਆ। ਜੂਐ ਜਨਮ ਨ ਕਬਹੂ ਹਾਰ,